ਤੁਹਾਡੇ ਲਈ ਆਪਣਾ ਤੁਹਾਡਾ ਸ਼ੋ सांसवेर मेरे नाल मौजूद ने कमलजीत सिद्धू जी। कमलजीत जी बहुत बहुत स्वागत है। बहुत शुक्रिया सिमी जी, की हाल चाल है तुहाडा? बहुत वधिया, तुसी दसो? बस वधिया जी। तो दर्शकों का हाल चाल भी पुछ लियो। उम्मीद करते हैं कि सारे जने तुसी इस समय साडा प्रोग्राम देख रहे हो और जी आए नूं कहने आ ते गलबात अज करांगे। काफ़ी सारे मुद्दों के उत्ते काफ़ी सारियां चर्चावां करांगे जो कुछ इस टाइम देश दुनिया दे विच चल रहा। सो करिए सिमी जी शुरू। जी बिल्कुल। ਅਸੀਂ ਸਵੇਰੇ ਸਵੇਰੇ ਆਂਦੇ ਇਸ ਕਰਕੇ ਆ ਕਿ ਜਿਹੜੀ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਹੁੰਦੀਆਂ ਨੇ ਜਾਂ ਫਿਰ ਮੁੱਦੇ ਹੁੰਦੇ ਨੇ ਉਹਨਾਂ ਤੇ ਗੱਲਬਾਤ ਕਰੀਏ ਤੇ ਦਰਸ਼ਕਾਂ ਨੂੰ ਵੀ ਪੂਰੀ ਜਾਣਕਾਰੀ ਦਈਏ। ਪਹਿਲੀ ਗੱਲ 11ਵੇਂ ਗੇਟ ਦੀ ਮੀਟਿੰਗ ਬਾਰੇ ਕਰ ਲੈਂਦੇ ਆ। 11ਵੇਂ ਗੇਟ ਦੀ ਮੀਟਿੰਗ ਹੋਈ ਆ ਕੱਲ ਤੇ ਕੀ ਕੁਝ ਰਿਹਾ ਖਾਸ ਕੱਲ ਦੀ ਮੀਟਿੰਗ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ। 11ਵੇਂ ਗੇਟ ਦੀ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਕੱਲ ਜੇ ਕਹਿ ਸਕੀਏ ਤਾਂ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਤਲਖੀ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਉਹ ਬੀਤੀ ਆ ਕਿਉਂਕਿ ਉਡੀਕ ਜਿਹੜੀ ਸੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਡੀਕ ਕਰਵਾਈ ਗਈ ਸਾਡੀ ਉਹ ਇੱਕ ਤਰ੍ਹਾਂ ਦਾ ਅਪਮਾਨ ਕਰਨ ਵਾਲੀ ਗੱਲ ਆ ਕਿਉਂਕਿ ਸਰਕਾਰ ਦੀ ਜਿਹੜੀ ਨੀਤ ਤੇ ਨੀਤੀ ਹੈ ਇਹ ਦੋਵੇਂ ਇਹੋ ਜਿਹੀਆਂ ਹੈ ਜਿਹੜੀ ਹੁਣ ਸਾਹਮਣੇ ਫੁੱਟ ਕੇ ਆ ਗਈ ਆ, ਗੱਲ ਨਿਕਲ ਕੇ ਆ ਗਈ ਹੈ ਕਿ ਸਰਕਾਰ ਤਾਂ ਚਾਹੁੰਦੀ ਨਹੀਂ। ਸੋ ਸਰਕਾਰ ਜੋ ਨਹੀਂ ਚਾਹੁੰਦੀ कि ये जो खेती अंदोलन जोड़ा है भी असी रद्द करिए तो उस गल के उत्ते वो कायम आ। दस्या जा रहा कि किसान जिद्दी है, आपदा हठ आपदी हठ धर्मी आपदी जिद जिहड़ी आ ਉਹ ਸਰਕਾਰ ਛੱਡ ਨਹੀਂ ਰਹੀ। ਇੱਕੋ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੋਣਗੇ। ਅੱਛਾ, ਉਹਨਾਂ ਨੇ ਉਹੀ ਗੱਲ ਕੀਤੀ ਕਿ ਜਿਹੜਾ ਪਰਸੋਂ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਹ ਸਮਾਧਾਨ ਦਿੱਤਾ ਹੈਗਾ ਕਿ ਅਸੀਂ 2 ਸਾਲ ਤੱਕ 1.5 ਸਾਲ ਤੱਕ ਜਿਹੜੇ ਆ ਖੇਤੀ ਕਾਨੂੰਨ ਨੂੰ ਰੋਕ ਲੈਨੇ ਆ। ਤੁਸੀਂ ਫੈਸਲਾ ਕਰ ਲਓ, ਜਿਹੜਾ ਪ੍ਰਸਤਾਵ ਦਿੱਤਾ ਸੀ ਉਹ ਤੇ ਫੈਸਲਾ ਕਰ ਲਓ। ਹੁਣ ਦੱਸੋ ਕਿਸਾਨ ਫੈਸਲਾ ਕੀ ਕਰਨ ਜਦੋਂ ਕਿਸਾਨਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਘੱਟ ਕੋਈ ਗੱਲ ਨਹੀਂ ਮੰਨਣੀ ਤੇ ਫਿਰ ਸਰਕਾਰ ਨੂੰ ਨਹੀਂ ਸਮਝ ਆਈ। 11ਵੇਂ ਦੌਰ ਦੇ ਵਿੱਚ ਵੀ ਉਹੀ ਆ। ਫਿਰ ਕੱਲ ਇਹੀ ਹੋਇਆ ਕਿ ਕਿਸਾਨ ਆਗੂਆਂ ਦਾ ਇੱਕ ਦੋਸ਼ ਹੈ। ਦੋਸ਼ ਇਹ ਹੈ ਕਿ ਜਦੋਂ ਪਹਿਲਾਂ ਤਾਂ ਉਹਨਾਂ ਕੋਲ ਲੰਮੀ ਜਿਹੜਾ ਸੀ ਉਡੀਕ ਕਰਵਾਈ ਗਈ, ਫਿਰ ਜਦੋਂ ਆਏ ਆ 15 ਕੁ ਮਿੰਟਾਂ ਬਾਅਦ ਨਾ ਤੇ ਉਹੀ ਇੱਕ ਪੁਰਾਣੀ ਉਹ ਜਿਵੇਂ ਇਕੱਠ 'ਚ ਬੈਠੀਆਂ ਬੁੜੀਆਂ ਦੀ ਨਹੀਂ ਖੜੋਈ ਆਖੇ ਮੈਂ ਆਈ 1 ਮਿੰਟ ਹੈ ਤੇ ਉਹ ਮਿੰਟ ਕੋ ਵਿੱਚੋਂ ਫਿਰ ਨਿਕਲ ਕੇ ਆ ਗਈ ਲੈ ਮੈਨੂੰ ਫਲਾਨੀ ਗੱਲ ਚੇਤੇ ਆ ਗਈ। ਉਹ ਮਤਲਬ ਸਰਕਾਰ ਦੀ ਫਿਤਰਤ ਨਾ ਉਸ ਨਖਰੇਬਾਜ਼ ਤੀਵੀਂ ਵਾਲੀ ਆ ਜਿਹੜੀ ਕਿਸੇ ਮਾਮਲੇ ਦੇ ਉੱਤੇ ਗੱਲ ਨਹੀਂ ਕਰਦੀ। ਮਾਫ ਕਰਨਾ ਕਿਉਂਕਿ ਇੱਕ ਇਹ ਪੰਜਾਬੀ ਸੱਭਿਆਚਾਰ ਦੀ ਵਣਗੀ ਵਿੱਚੋਂ ਹੀ ਮੈਂ ਗੱਲ ਕਰੀ ਜਾਂਦਾ ਹੈ। ਦਰਸ਼ਕ ਕਿਤੇ ਆਖਣ ਵੀ ਤੀਵੀਆਂ ਨੂੰ ਜਾਂ ਔਰਤਾਂ ਨੂੰ ਕੀਤਾ ਕਿ ਔਰਤਾਂ ਦਾ ਤਾਂ ਸਤਿਕਾਰ ਮਨ 'ਚ, ਪਰ ਇਹ ਜਿਹੜੀ ਸਰਕਾਰ ਦਾ ਇਸ ਤਰ੍ਹਾਂ ਦੀ ਜਿਹੜੀ ਨੀਤ ਤੇ ਨੀਤੀ ਹੈ ਨਾ ਉਹ ਬੇਹੱਦ ਮਾੜੀ ਹੈ। ਸੋ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ ਗਿਆ ਤੇ ਹੁਣ ਗੱਲ ਇਹ ਹੈ ਕਿ ਜੇ ਅਸੀਂ ਕਹੀਏ ਨਾ ਬੇਕਦਰਾਂ ਦੀ ਯਾਰੀ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਕਿੱਕਰ ਤੇ ਅੰਗੂਰ ਚੜਾਇਆ ਹਰ ਗੁੱਛਾ ਜਖਮਾਇਆ। ਸਰ ਹੁਣ ਗੱਲ ਇਹੀ ਹੈ ਇਹ ਬੇਕਦਰਾਂ ਦੀ ਯਾਰੀ ਜਿਹੜੀ ਟੁੱਟ ਗਈ ਤੜਕ ਕਰਕੇ ਵਾਲੀ ਗੱਲ ਕੱਲ ਕਿਸਾਨ ਆਗੂ ਨੇ ਕਹਿ ਦਿੱਤੀ ਹੈਗੀ। ਸੋ ਵਾਰ-ਵਾਰ ਉਹ ਇਹੀ ਗੱਲ ਕਹਿ ਰਿਹਾ ਕਿ ਸਰਕਾਰ ਨਹੀਂ ਬਦਲ ਰਹੀ, ਸਰਕਾਰ ਆਪਣੀ ਗੱਲ ਦੇ ਉੱਤੇ ਅੜੇਂਗਾ ਤੇ ਇਸ ਦੇ ਵਿੱਚ ਹੁਣ ਫੈਸਲਾ ਇਹੀ ਹੋਇਆ ਕਿ ਅਗਲੀ ਜਿਹੜੀ ਹੈਗੀ ਆ ਉਹ ਕਿਸਾਨ ਹੀ ਫੈਸਲਾ ਕਰਨ ਉਹ ਕੀ ਚਾਹੁੰਦੇ ਹੈਗੇ ਆ। ਹੋ ਸਕਦਾ ਹੈਗਾ 26 ਜਨਵਰੀ ਤੋਂ ਪਹਿਲਾਂ ਤੱਕ, ਕਿਉਂਕਿ ਹੁਣ ਉਹਨਾਂ ਨੇ ਕੱਲ ਇਹ ਵੀ ਗੱਲ ਕਹਿਤੀ ਹੈ ਕਿ ਵਿਗਿਆਨ ਭਵਨ ਜਿਹੜਾ ਹੈਗਾ 26 ਜਨਵਰੀ ਕਰਕੇ ਬੰਦ ਹੋਣ ਜਾ ਰਿਹਾ। ਉਸ ਤੋਂ ਬਾਅਦ ਜਿਹੜੀ ਆ ਕੋਈ ਵੀ ਮੀਟਿੰਗ ਅਗਰ ਜੇ ਹੋਈ ਵੀ ਤਾਂ ਸੰਭਵ ਹੈ ਕਿ ਕਿਤੇ ਹੋਰ ਜਗ੍ਹਾ ਇਹ ਕਰਨਗੇ ਅਗਰ ਕਿਸਾਨ ਫੈਸਲਾ ਕਰਨ। ਹੁਣ ਕਿਸਾਨਾਂ ਦੇ ਉੱਤੇ ਜਿਹੜੀ ਆ ਪਾਲੇ 'ਚ ਗੇਂਦ ਕਿਸਾਨਾਂ ਤੇ ਸਿਰ ਦਿੱਤੀ ਹੈ ਵੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਵਲ ਜੀ ਕਿ ਜਿਹੜੀ ਸਰਕਾਰ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਕਈ ਮੀਟਿੰਗਾਂ ਹੋਈਆਂ, ਸਿਰਫ ਸਮਝਾਇਆ ਗਿਆ ਕਿ ਕਾਨੂੰਨਾਂ ਦੇ ਫਾਇਦੇ ਕੀ ਨੇ। ਹਰ ਵਾਰ ਜਦੋਂ ਕਿਸਾਨਾਂ ਨੇ ਤਲਖੀ ਦਿਖਾਈ, ਕਿਸਾਨਾਂ ਨੇ ਵਿਰੋਧ ਕੀਤਾ ਤਾਂ ਹੌਲੀ ਹੌਲੀ ਅੱਗੇ ਮੁੱਦਿਆਂ ਤੇ ਆਏ। ਫਿਰ ਹੁਣ ਪ੍ਰਸਤਾਵ ਤੇ 2 ਮੀਟਿੰਗਾਂ ਪ੍ਰਸਤਾਵ ਤੇ ਖਤਮ ਕਰ ਦਿੱਤੀਆਂ ਕਿ ਪ੍ਰਸਤਾਵ ਤੇ ਚਰਚਾ ਕਰੋ। ਇਹ ਜਿਹੜੀ ਸਰਕਾਰ ਆ ਕਿਤੇ ਨਾ ਜਿਹੜੇ ਸਾਡੀ ਕਿਸਾਨ ਜਥੇਬੰਦੀਆਂ ਨੇ ਜਿਹੜੇ ਆਮ ਲੋਕ ਉੱਥੇ ਬੈਠੇ ਆ ਨਾ ਉਹਨਾਂ ਨੂੰ ਥਕਾਣ ਦੀ ਗੱਲ ਹੈ ਕਿ ਲੰਮਾ ਕੀਤਾ ਜਾਵੇ ਪੈਂਡਾ ਤੇ ਉਹ ਥੱਕ ਕੇ ਹਾਰ ਕੇ ਵਾਪਸ ਮੁੜ ਜਾਣ। ਪਰ ਸਾਡੇ ਕਿਸਾਨ ਆ ਜਿਹੜੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਉਹ ਇੱਕ ਕਦੀ ਵੀ ਹਾਰ ਮੰਨ ਕੇ ਵਾਪਸ ਆਉਣ ਵਾਲੇ ਨਹੀਂ ਹੈਗੇ। ਤੇ ਦੂਜੀ ਗੱਲ ਨਾਲ ਦੀ ਨਾਲ ਕਰ ਲੈਂਦੇ ਆ ਕਿ ਇਸ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਆ। ਬੀਤੇ ਕੱਲ ਇੱਕ ਬਹੁਤ ਵੱਡੀ ਰਾਤ ਨੂੰ ਜਿਹੜੀ ਬਹੁਤ ਵੱਡੀ ਗੱਲ ਸਾਹਮਣੇ ਆਈ, ਕਿਸਾਨ ਜਥੇਬੰਦੀਆਂ ਨੇ ਪੁਲਿਸ ਬੁਲਾਈ ਕਿਉਂਕਿ ਉੱਥੇ ਇੱਕ ਅਜਿਹਾ ਵਿਅਕਤੀ ਫੜਿਆ ਗਿਆ ਜਿਹੜਾ
ਕਹਿ ਰਿਹਾ ਗਿਆ ਮੀਡੀਆ ਦੇ ਸਾਹਮਣੇ ਕਬੂਲ ਰਿਹਾ ਕਿ ਉਹ 4 ਕਿਸਾਨ ਆਗੂ ਸੀਗੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ, ਸਾਜ਼ਿਸ਼ ਰਚੀ ਗਈ ਸੀ, ਦੰਗੇ ਕਰਨਾ ਚਾਹੁੰਦਾ ਸੀ 26 ਤਰੀਕ ਨੂੰ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਇਹ ਮਾਹੌਲ ਬਣਾਇਆ ਜਾ ਰਿਹਾ, ਕ੍ਰੀਏਟ ਕੀਤਾ ਜਾ ਰਿਹਾ, ਪੈਸੇ ਦੇ ਕੇ ਲੋਕਾਂ ਨੂੰ ਐਵੇਂ ਧਰਨੇ ਦੇ ਵਿੱਚ, ਸੰਘਰਸ਼ ਦੇ ਵਿੱਚ ਛੱਡਿਆ ਜਾ ਰਿਹਾ, ਕੀ ਕਹੋਗੇ ਕਿ ਇਹ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਹੈ ਜਿਹੜੀ ਸਾਡੇ ਕਿਸਾਨਾਂ ਲਈ ਕੀਤੀ ਜਾ ਰਹੀ ਆ, ਅੰਨਦਾਤਾ ਲਈ ਕੀਤੀ ਜਾ ਰਹੀ ਆ, ਤਾਂ ਇਹ ਸਾਰਾ ਨਿਚੋੜ ਆ ਜਿਹੜਾ ਕਿਵੇਂ ਨਿਕਲੇਗਾ ਕਿ ਕੀ ਕਰਨਾ ਚਾਹੀਦਾ ਹੁਣ? ਬਿਲਕੁਲ, ਦੇਖੋ ਕੱਲ ਜਿਹੜੀ ਇੱਕ ਵੱਡੀ ਸਾਜ਼ਿਸ਼ ਬੇਨਕਾਬ ਹੋਈ ਆ, ਅੱਧੀ ਰਾਤ ਨੂੰ ਕਿਸਾਨ ਆਗੂਆਂ ਨੇ ਫੜਿਆ ਇੱਕ ਇਹੋ ਜਿਹੇ ਸ਼ਖਸ ਨੂੰ ਜਿਹਦਾ ਇਸ ਅੰਦੋਲਨ ਨੂੰ ਤਾਰਪੀਟੋ ਕਰਨ ਦੇ ਲਈ ਭੇਜਿਆ ਗਿਆ ਸੀ, ਔਰ ਉਹਦੇ ਨਾਲ 10 ਜਣੀ ਉਹਨਾਂ ਦਾ ਗਰੁੱਪ ਹੈ ਜਿਹਦੇ ਵਿੱਚ 2 ਲੜਕੀਆਂ ਵੀ ਸ਼ਾਮਲ ਸੀਗੀਆਂ। ਔਰ ਜਦੋਂ ਇੰਕਸ਼ਾਫ ਇਹ ਹੋਇਆ, ਗੱਲਬਾਤ ਜਦੋਂ ਉਹਦੇ ਨਾਲ ਕੀਤੀ ਗਈ, ਪੁੱਛਤਾਛ ਕੀਤੀ ਗਈ, ਮੀਡੀਆ ਦੇ ਸਾਹਮਣੇ ਕਿਸਾਨ ਆਗੂਆਂ ਨੇ ਉਹਨੂੰ ਪੇਸ਼ ਕੀਤਾ ਤੇ ਉਹਦਾ ਕਹਿਣਾ ਸੀਗਾ ਕਿ 26 ਜਨਵਰੀ ਵਾਸਤੇ ਸਪੈਸ਼ਲ ਤੌਰ ਦੇ ਉੱਤੇ ਦੇਖੋ ਖਰੀਦੇ ਜਾਂਦੇ ਇਹੋ ਜਿਹੇ ਲੋਕ, ਵਿਕੇ ਹੋਏ ਹੁੰਦੇ ਇਹੋ ਜਿਹੇ ਲੋਕ, ਉਹਨਾਂ ਨੂੰ ਕਿਸੇ ਮਾਮਲੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾਗਾ, ਕਿਉਂਕਿ ਅੰਦੋਲਨ ਜਾਂ ਕੋਈ ਵੀ ਮੂਵਮੈਂਟ ਨੂੰ ਫੇਲ ਕਰਨੀ ਹੋਵੇ। ਅਸੀਂ ਦੇਖਿਆ ਸਾਡੇ ਦੇਸ਼ 'ਚ ਇੰਨੀਆਂ ਮੂਵਮੈਂਟਾਂ ਚੱਲੀਆਂ ਹੈਗੀਆਂ, ਉਹਦੇ ਵੇਖਦੇ ਅਸੀਂ ਦੇਖਿਆ ਵੀ ਵਿੱਚ ਇੱਕ ਇਹੋ ਜਿਹਾ ਜਿਹੜਾ ਹੈਗਾ ਘੁਸਪੈਠ ਕਰਦਾ ਬੰਦਾ ਜਿਹੜਾ ਉਹਨੂੰ ਅੰਦੋਲਨ ਨੂੰ ਤੋੜਨ ਦਾ, ਮਿਸਾਲ ਦੇ ਤੌਰ ਦੇ ਉੱਤੇ ਇਤਿਹਾਸਕ ਪੱਖ ਨੂੰ ਅਸੀਂ ਵੇਖੀਏ ਕਿ ਜੇ ਅਸੀਂ ਕਿਹਾ ਜਾਵੇ ਕਿ ਸ਼ਾਹ ਮੁਹੰਮਦ ਨੂੰ ਐਵੇਂ ਨਹੀਂ ਸੀ ਲਿਖਣਾ ਪਿਆ ਗਿਆ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹਦੇ ਵਿੱਚ ਇਹ ਸੀਗਾ ਵੀ ਫਰੀਦਕੋਟੀਆ ਰਾਜਾ ਪਹਾੜਾ ਸਿੰਘ ਭੱਜੇ ਜਾਂਦੇ ਅੰਗਰੇਜ਼ਾਂ ਨੂੰ ਜਾ ਕੇ, ਮਗਰੋਂ ਉਹਨੇ ਕਹਿ ਦਿੱਤੀ ਇਹ ਗੱਲ, ਕਹਿ ਦਿੱਤੀ ਵੀ ਉਹ ਤਾਂ ਜੀ ਸਿੱਖ ਤਾਂ ਮੁੜੇ ਜਾਂਦੇ ਆ ਤੇ ਤੁਸੀਂ ਹੁਣ ਜੀ ਹੱਲਾ ਕਰੋ ਉਹਨਾਂ ਤੇ, ਹਮਲਾ ਕਰਾਤਾ, ਜਿੱਤੀਆਂ ਫੌਜਾਂ, ਖਾਲਸਾ ਫੌਜ ਹਰਾ ਦਿੱਤੀ। ਇਸ ਕਰਕੇ ਜੇ ਅਸੀਂ ਹੁਣ, ਮੈਂ ਟ੍ਰੇਨ ਟੂ ਪਾਕਿਸਤਾਨ ਦੀ ਇੱਥੇ ਥੋੜੀ ਜਿਹੀ ਗੱਲ ਕਰ ਲੂੰਗਾ, ਖੁਸ਼ਵੰਤ ਸਿੰਘ ਹੋਰਾਂ ਦਾ ਨਾਵਲ ਹੈ ਟ੍ਰੇਨ ਟੂ ਪਾਕਿਸਤਾਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਰਾਜਨੀਤੀ ਪੈਂਤੜੇ ਕੀ ਹੁੰਦੇ ਆ, ਰਾਜਨੀਤੀ ਜਿਹੜੇ ਪੈਂਤੜੇ ਆ ਉਹ ਪੈਂਤੜੇ ਇਹੀ ਹੁੰਦੇ ਆ ਕਿ ਉਹ ਕੀ ਕਰਦੇ ਆ, ਉਹ ਇਹ ਕਰਦੇ ਆ ਕਿ ਕੋਈ ਨਾ ਕੋਈ ਉਸ ਅੰਦੋਲਨ ਨੂੰ, ਉਸ ਮੂਵਮੈਂਟ ਨੂੰ ਤਾਰਪੀਟੋ ਕਰਨ ਲਈ ਸਾਜ਼ਿਸ਼ ਰਚਦੇ ਆ, ਬੰਦੇ ਖਰੀਦੇ ਜਾਂਦੇ ਆ, ਉਹ ਚ ਭੇਜੇ ਜਾਂਦੇ, ਉਹਨੂੰ ਫੇਲ ਕੀਤਾ ਜਾਂਦਾ ਹੈਗਾ। ਫਿਰ ਅਸੀਂ ਇਹ ਦੇਖਿਆ ਹੈਗਾ ਕਿ ਹੋਰ ਮੂਵਮੈਂਟਾਂ ਪੰਜਾਬ ਦੇ ਵਿੱਚ ਚੱਲੀਆਂ, ਪੰਜਾਬੀ ਸੂਬਾ ਮੂਵਮੈਂਟ ਚੱਲੀ ਆ, ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਉਹ ਵਾੜੇ ਗਏ, ਮੂਵਮੈਂਟ ਨੂੰ ਫੇਲ ਕੀਤਾ ਗਿਆ, ਸੂਬੇ ਦੀ ਜਗ੍ਹਾ ਸਾਨੂੰ ਸੂਬੀ ਮਿਲੀ। ਇਸ ਤਰ੍ਹਾਂ ਇਹ ਇੱਕ ਵੱਡਾ ਅੰਦੋਲਨ ਹੈਗਾ ਸਾਡੇ ਸਮਿਆਂ ਦਾ, ਇਸ 7 ਦਹਾਕਿਆਂ ਦਾ, ਦੇਸ਼ ਆਜ਼ਾਦੀ ਤੋਂ ਬਾਅਦ ਦਾ। ਇਸ ਅੰਦੋਲਨ ਨੂੰ ਪੱਬਾਂ ਭਰ ਹੋਈ ਫਿਰਦੀ ਹੈ ਸਰਕਾਰ ਕਿ ਹਰ ਹਿੱਲੇ ਨੂੰ ਫੇਲ ਕੀਤਾ ਜਾਵੇ, ਇਹ ਕਿਸਾਨਾਂ ਨੂੰ ਇਥੋਂ ਉਠਾਇਆ ਜਾਵੇ, ਦਿੱਲੀ ਦੀਆਂ ਸੜਕਾਂ ਵਿਲੀਆਂ ਕਰਾਈਆਂ ਜਾਣ, ਬਾਰਡਰਾਂ ਤੇ ਬੈਠੇ ਕਿਸਾਨ ਇਹਨਾਂ ਘਰਾਂ ਨੂੰ ਤੁਰੇ ਜਾਣ ਤਾਂ ਕਿ ਸਰਕਾਰ ਉੱਤੇ ਬਲੇਮ ਨਾ ਆਵੇ। ਅਗਾਂ ਇਲੈਕਸ਼ਨਾਂ ਦਾ ਪੱਖ ਵੀ ਵੇਖਦੇ ਆ। ਸੋ ਉਹ ਜਿਹੜੇ ਫੜੇ ਗਏ ਆ ਉਹਨਾਂ ਨੇ ਤਾਂ ਇਸ ਗੱਲ ਨੂੰ ਇਨਕਸ਼ਾਫ ਕਰ ਦਿੱਤਾ ਹੈਗਾ ਕਿ 4 ਕਿਸਾਨ ਲੀਡਰਾਂ ਨੂੰ ਗੋਲੀ ਮਾਰੀ ਜਾਊਗੀ। ਜਦੋਂ ਟਰੈਕਟਰ ਰੈਲੀ 26 ਜਨਵਰੀ ਨੂੰ ਕੱਢੀ ਜਾ ਰਹੀ ਹੋਊਗੀ ਉਸ ਵੇਲੇ ਉਹ ਗੋਲੀ ਚਲਾਉਣਗੇ, ਫਿਰ ਉਹ ਤੇ ਉਹ ਦੰਗੇ ਜਿਹੜੇ ਹੈਗੇ ਉਹ ਕਰਨ ਦੀ ਸਾਜ਼ਿਸ਼ ਜਿਹੜੀ ਸੀ ਵੱਡੇ ਪੱਧਰ ਤੇ ਰਚੀ ਗਈ ਸੀ। ਸੋ ਉਸ ਨੂੰ ਤਾਰਪੀਡੋ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ, ਕਿਉਂਕਿ ਉੱਥੇ ਵੀ ਬੜੇ ਸੁਚੇਤ ਤੇ ਜਾਗਰੂਕ ਲੋਕ ਬੈਠੇ, ਉਹਨਾਂ ਨੇ ਜਲਦੀ ਇਸ ਨੂੰ ਕਾਬੂ ਕਰ ਲਿਆ ਔਰ ਮੀਡੀਆ ਸਾਹਮਣੇ ਪੇਸ਼ ਕਰਤਾ। ਸੋ ਕਹਿ ਸਕਦੇ ਹੈਗੇ ਕਿ ਹੁਣ ਪੰਜਾਬੀ ਉਸ ਤਰ੍ਹਾਂ ਦੇ ਨਹੀਂ ਹੈਗੇ। ਗੱਲ ਤਾਂ ਇਹ ਹੈ ਵੀ ਮੂਵਮੈਂਟ ਦੇ ਵਿੱਚ ਜਿਹੜੇ ਬੈਠੇ ਉਹ ਇੰਨੇ ਕਿ ਚੇਤਨ ਬੈਠੇ ਆ ਕਿ ਉਹ ਜਲਦੀ, ਸ਼ਾਇਦ ਮੇਰੇ ਖਿਆਲ CID ਉਨੀ ਤੇਜ਼ ਨਹੀਂ ਹੈਗੀ ਜਿੰਨੀ ਉਹ ਤੇਜ਼ ਆ, ਤੇ ਉਹਨਾਂ ਨੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ। ਨਹੀਂ, ਬਿਲਕੁਲ, ਜਿਹੜੇ ਉੱਥੇ ਸਾਡੇ ਲੋਕ ਬੈਠੇ ਆ ਉਹ ਆਪਣੇ ਤੇ ਬਗਾਨੇ ਦੇ ਵਿੱਚ ਪਰਖ ਕਰਨਾ ਜਾਣਦੇ ਆ ਕਿ ਕੌਣ ਆਪਣਾ ਤੇ ਕੌਣ ਪਰਾਇਆ ਆ। ਤੇ ਕਈ ਇਹੀ ਬੰਦਾ ਨਹੀਂ, ਕਈ ਹੋਰ ਲੋਕ ਵੀ ਆ ਜਿਹੜੇ, ਕਈ ਹੋਰ ਨੌਜਵਾਨ ਵੀ ਫੜੇ ਗਏ ਆ ਵੱਖ-ਵੱਖ ਸਮੇਂ ਦੇ ਵਿੱਚ। ਉਹਨਾਂ ਨੇ ਵੀ ਇਹੀ ਕਿਹਾ ਕਿ ਸਾਨੂੰ ਇਹ ਨਾਰੇ ਲਗਾਉਣ ਦੇ ਲਈ ਕਿਹਾ ਸੀ, ਇਹ ਸਲੋਗਨ ਦਿੱਤੇ ਆ, ਸਾਨੂੰ ਕਿਹਾ ਗਿਆ ਸੀ ਕਿ ਇਸ ਸੰਘਰਸ਼ ਦੇ ਵਿੱਚ ਤੁਸੀਂ ਜਾ ਕੇ ਕਿ ਜੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਫਲਾਣੀਆਂ ਨੇ ਤਾਂ ਕਿ ਲੋਕਾਂ ਨੂੰ ਇਸ ਧਰਨੇ ਦੇ ਪ੍ਰਤੀ ਗਲਤ ਫਹਿਮੀਆਂ ਹੋਣ। ਤੇ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇਹ ਕਹਿੰਦੇ ਸੱਚ ਆ ਜਿਹੜਾ ਉਹ ਜ਼ਿਆਦਾ ਦੇਰ ਲੁਕਿਆ ਨਹੀਂ ਰਹਿ ਸਕਦਾ। ਮੈਂ ਸਮੀ ਇੱਕ ਗੱਲ ਇੱਥੇ ਨਾਲ ਜੋੜਨੀ ਚਾਹੂੰਗਾ, ਨਰਿੰਦਰ ਤੋਮਰ ਹੋਣੇ ਦੇ ਬਾਰੇ ਵੀ, ਜਿਵੇਂ ਕੱਲ ਮੀਟਿੰਗ ਚੋਂ ਬਾਹਰ ਆਏ ਉਹ ਆਉਂਦੇ ਸਰ, ਜਿਹੜਾ ਉਹਨਾਂ ਦਾ ਤੋਮਰ ਹੋਣਾ ਦਾ ਜਿਹੜੀ ਬਿਆਨਬਾਜ਼ੀ ਉਹ ਵੀ ਤੇ ਇਸੇ ਮਾਮਲੇ ਦੇ ਵਿੱਚ ਆਈ ਹੈ। ਤੋਮਰ ਹੋਣੀ ਵੀ ਤਾਂ ਸਿੱਧਾ ਇਲਜ਼ਾਮ ਲਾਈ ਜਾਂਦੇ ਆ, ਸਪਸ਼ਟ ਆ, ਉਹ ਸਿੱਧਾ ਇਹਨਾਂ ਨੇ ਇਲਜ਼ਾਮ ਲਾਇਆ ਹੈਗਾ ਕਿ ਕੁਝ ਇਹੋ ਜਿਹੇ ਲੋਕ ਇਸ ਮੂਵਮੈਂਟ 'ਚ ਸ਼ਾਮਲ ਆ ਜਿਹੜੇ ਕਹਿੰਦੇ ਆ ਰਾਜਨੀਤਿਕ ਰੋਟੀਆਂ ਸੇਕਦੇ ਪਏ ਆ, ਰਾਜਨੀਤੀ ਖੇਡ ਰਹੇ ਆ, ਉਹ ਇਸ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇਗੇ। ਜ਼ਾਹਿਰ ਹੈ ਕਿ ਸਿੱਧਾ ਰੂਪ ਵਿੱਚ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਤਾਂ ਪ੍ਰਤੱਖ ਹੈਗੇ ਕਿ ਸਰਕਾਰ ਦੀ ਆਪਦੀ ਵੀ ਤਾਂ ਧਾਰਨਾ ਹੈਗੀ ਹੈ ਕਿ ਇਸ ਮੂਵਮੈਂਟ ਨੂੰ ਖਤਮ ਕੀਤਾ ਜਾਵੇ, ਇਸ ਅੰਦੋਲਨ ਨੂੰ ਤੋੜਿਆ ਜਾਵੇ। ਸੋ ਕਿਤੇ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਹਾਂਜੀ, ਨਰਿੰਦਰ ਤੋਮਰ ਨੇ ਇਹ ਪਹਿਲੀ ਵਾਰ ਬਿਆਨ ਨਹੀਂ ਦਿੱਤਾ ਕਿ ਇਹ ਜਿਹੜੀਆਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਉਸ ਦੇ ਵਿੱਚ ਕੋਈ ਹੋਰ ਲੋਕ ਮੌਜੂਦ ਨੇ। ਹਰ ਵਾਰ ਬੀਜੇਪੀ ਲੀਡਰਾਂ ਦਾ ਇਹੀ ਬਿਆਨ ਹੁੰਦਾ ਹੈ ਕਿ ਇਹ ਸੰਘਰਸ਼ ਜਿਹੜਾ ਇਹ ਤਾਂ ਕਿਸਾਨ ਨਹੀਂ ਚਲਾ ਰਹੇ, ਇਹ ਕੋਈ ਹੋਰ ਕੋਈ ਚਲਾ ਰਿਹਾ, ਸਿਆਸੀ ਲੀਡਰ ਚਲਾ ਰਿਹਾ, ਉਹਨਾਂ ਦੇ ਪਿੱਛੇ ਕਠਪੁਤਲੀਆਂ ਬਣ ਕੇ ਕਿਸਾਨ ਆ ਜਿਹੜੇ
ਉਹੀ ਡੱਫਲੀ ਤੇ ਉਹੀ ਰਾਗ ਵਾਰ-ਵਾਰ ਜਿਹੜਾ ਸੁਣਨ ਨੂੰ ਮਿਲਦਾ ਪਿਆ ਜੀ। ਦੇ ਨਾਲ ਹੀ ਇਹ ਵੀ ਗੱਲ ਕਰ ਲੈਣੇ ਕਿ ਜਿਹੜੇ ਸਿੰਘੂ ਬਾਰਡਰ ਤੇ ਜਿਹੜੀ ਪ੍ਰਬੰਧ ਵਧਾਏ ਗਏ ਆ, ਪੁਲਿਸ ਦੇ ਇੰਤਜ਼ਾਮ ਜਿਹੜੇ ਪੁਖਤਾ ਕੀਤੇ ਜਾ ਰਹੇ, ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਵਲ ਜੀ ਕਿ ਜਿਹੜਾ ਪ੍ਰਬੰਧ ਉੱਥੇ ਕੀਤਾ ਜਾ ਰਿਹਾ ਉਹਨਾਂ ਨੂੰ ਦੇਖ ਕੇ ਐਵੇਂ ਲੱਗਦਾ ਕਿ ਉੱਥੇ ਜਿਵੇਂ ਸਾਡੇ ਲੋਕ ਨਹੀਂ ਬੈਠੇ ਹੋਣੇ, ਜਿਵੇਂ ਕਿਸੇ ਨੇ ਹਮਲਾ ਕਰਨਾ ਹੋਵੇ, ਗੁਆਂਢੀ ਦੇਸ਼ ਨੇ, ਬਗਾਨੇ ਦੇਸ਼ ਨੇ। ਬਿਲਕੁਲ ਸਹੀ ਹੈਗੀ ਆ। ਵਤੀਰਾ ਇਸ ਤਰੀਕੇ ਦਾ ਕੇਂਦਰ ਅਪਣਾ ਰਿਹਾ ਹੈਗਾ ਕਿ ਜਿਵੇਂ ਦੁਸ਼ਮਣ ਦੇਸ਼ ਦੇ ਨਾਲ ਜੰਗ ਲੱਗੀ ਹੋਵੇ, ਸ਼ਾਇਦ ਦੁਸ਼ਮਣ ਦੇਸ਼ ਨੂੰ ਜਿਹੜਾ ਹੈਗਾ ਉੱਥੇ ਸਰਹੱਦਾਂ ਉੱਤੇ ਵੀ ਇਸ ਤਰੀਕੇ ਦਾ ਵੱਡੇ ਜਿਹੜਾ ਹੈਗਾ ਪ੍ਰਬੰਧ ਨਹੀਂ ਕੀਤੇ ਜਾਂਦੇ ਇਸ ਟਾਈਮ। ਮੈਂ ਜੇ ਗੱਲ ਕਹਾਂ ਤੇ ਜਿਹੜਾ ਬਾਰਡਰਾਂ ਦੇ ਉੱਤੇ ਇਸ ਟਾਈਮ ਜੋ ਪ੍ਰਬੰਧ ਪੁਲਿਸ ਵੱਲੋਂ ਕੀਤੇ ਜਾ ਰਿਹਾ, ਉੱਥੇ ਬੈਰੀਕੇਡ ਲਾਏ ਜਾ ਰਹੇ, ਵੱਡੇ ਪੱਥਰ ਲਾ ਕੇ, ਫਿਰ ਉਹਨਾਂ ਨੇ ਟਰਾਲੇ ਰੇਤੇ ਦੇ ਭਰ ਕੇ ਜਿਹੜੇ ਉੱਥੇ ਖੜੇ ਕਰ ਲਿਆ, ਕੰਡਿਆਲੀ ਤਿਆਰ ਲਿਆ ਕੇ ਰੱਖ ਲਿਆ, ਹੋਰ ਕਾਫੀ ਸਾਰੇ ਪ੍ਰਬੰਧ ਉਹ ਇਸ ਤਰ੍ਹਾਂ ਦੇ ਕਰ ਰਿਹਾ, ਔਰ ਸਪੈਸ਼ਲ ਜਿਹੜੀ ਉਹਨਾਂ ਦੀ ਫੋਰਸ ਹੈ ਉਹ ਉੱਥੇ ਉਹਨਾਂ ਨੇ ਲਵਾ ਦਿੱਤੀ ਹੈ। ਮਾਫ ਕਰਨਾ ਕਵਲ ਸਰ, ਮੈਂ ਇੱਥੇ ਤੁਹਾਡੀ ਗੱਲ ਕੱਟਣਾ ਚਾਹੂੰਗੀ ਕਿ ਇੱਥੇ ਸਵਾਲ ਵੱਡਾ ਇਹ ਵੀ ਉੱਠਦਾ ਹੈ ਕਿ ਜਦੋਂ ਤਾਂ ਜੰਗ ਲੱਗਦੀ ਆ ਕਿਸੇ ਵੀ ਦੇਸ਼ ਦੀ, ਆਪਣੇ ਲਾ ਲਓ ਭਾਵੇਂ ਕਿਸੇ ਦੀ, ਤੇ ਆਪਣੇ ਵੱਲੋਂ ਜਦੋਂ ਹਰ ਇੱਕ ਰੋਜ਼ ਆਪਾਂ ਖਬਰਾਂ ਵੇਖਦੇ ਹੀ ਆ, ਅਖਬਾਰ ਪੜ੍ਹਦੇ ਆ, ਉਹਦੇ ਵਿੱਚ ਕੋਈ ਨਾ ਕੋਈ ਲਿਖਿਆ ਹੁੰਦਾ ਕਿ ਪਾਕਿਸਤਾਨ ਦੀ ਗੋਲੀਬਾਰੀ ਦੇ ਵਿੱਚ ਨੌਜਵਾਨ ਸ਼ਹੀਦ ਹੋ ਗਿਆ, ਉਸ ਗੋਲੀਬਾਰੀ ਦੇ ਵਿੱਚ ਨੌਜਵਾਨ ਸ਼ਹੀਦ ਹੋ ਗਿਆ, ਪੰਜਾਬ ਦੇ ਹੀ ਸ਼ਹੀਦ ਹੋ ਰਹੇ ਨੇ। ਫਿਰ ਉੱਥੇ ਇਹ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ, ਇੱਥੇ ਪ੍ਰਬੰਧ ਕਿਉਂ ਕੀਤੇ ਜਾ ਰਹੇ ਆ? ਗੱਲ ਤਾਂ ਇਹੀ ਹੈ ਨਾ, ਉੱਥੇ ਤਾਂ ਹੁਣ ਇਹ ਆ ਵੀ ਦਾਵਾ ਔਰ ਰਾਜਨੀਤੀ ਖੜ ਗਈ, ਇੱਥੇ ਆ ਕੇ ਹੁਣ ਇਹ ਆਪਦੇ ਜਿਹੜੇ ਹੈਗਾ ਡਰ ਤੇ ਕਿਤੇ ਲੁਕਲਕਾ ਕਰਨ ਦੀ ਗੱਲ ਹੈਗੀ ਵੀ ਕਿਸ ਤਰੀਕੇ ਇਹ ਨਾ ਹੋ ਜਾਵੇ ਕਿ ਜਿਵੇਂ ਮੈਨੂੰ ਇੱਥੇ ਫਿਰ ਮੈਂ ਇਤਿਹਾਸਕ ਪੱਖ ਦਾ ਹਵਾਲਾ ਜ਼ਰੂਰ ਦਿੰਦਾ ਹੁੰਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ, ਉਹ ਜਫਰਨਾਮਾ ਜਦੋਂ ਪਹੁੰਚਿਆ ਤੇ ਉਹਨੇ ਅੰਦਰ ਤੱਕ ਹਲੂਣ ਦਿੱਤਾ, ਸ਼ਾਇਦ ਜਫਰਨਾਮੇ ਦੀ ਉਹ ਗੱਲ ਆ, ਉਹੋ ਹੀ ਗੁਰੂ ਸਾਹਿਬਾਂ ਦਾ ਥਾਪੜਾ ਆ ਪੰਜਾਬੀ ਕੌਮ ਨੂੰ। ਉਸ ਥਾਪੜੇ ਵਿੱਚੋਂ ਵੀ ਨਿਕਲ ਕੇ ਕਿਤੇ ਗੱਲ ਹੁੰਦੀ ਹੈਗੀ ਆ ਕਿ ਉਹਨਾਂ ਨੂੰ ਡਰ ਹੈ ਕਿ ਇਹ ਨਡਰ ਪੰਜਾਬੀ ਕਿਤੇ ਐ ਨਾ ਹੋ ਜਾਣ ਕਿ ਟੈਂ ਨਹੀਂ ਮੰਨਣ ਵਾਲੀ ਗੱਲ ਕਿਤੇ ਇੱਥੇ ਕਰ ਵਿਖਾਉਣ। ਸੋ ਇਸ ਮਾਮਲੇ ਨੂੰ ਲੈ ਕੇ ਵੱਡੀ ਪੱਧਰ ਦੇ ਉੱਤੇ ਜਿਹੜੀ ਪੁਲਿਸ ਆ ਉਹ ਪ੍ਰਬੰਧ ਕੀਤੀ ਜਾ ਰਹੀ ਆ, ਕਿਉਂਕਿ ਪੁਲਿਸ ਦੇ ਉੱਤੇ ਤਾਂ ਪਹਿਲਾਂ ਵੀ ਮੈਂ ਜਿਹੜਾ ਪਰਸੋਂ ਇਹਨਾਂ ਨੇ ਪਟੀਸ਼ਨ ਦੇ ਉੱਤੇ ਆਪਾਂ ਗੱਲ ਕਰਕੇ ਹਟੇ ਸੀਗੇ ਕਿ ਉਹ ਪਟੀਸ਼ਨ ਪਵਾਈ ਇਸ ਕਰਕੇ ਸੀ ਕੇਂਦਰ ਸਰਕਾਰ ਨੇ ਕਿ ਪੁਲਿਸ ਨੂੰ ਅੱਗੇ ਕਰਤਾ, ਗੱਲ ਹਰਕਤ ਉਹਦੀ ਆਪਦੀ ਹੈ ਬਿਲਕੁਲ, ਹਾਂ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਆ, ਪੁਲਿਸ ਨੂੰ ਅੱਗੇ ਕਰਤਾ। ਹੁਣ ਵੀ ਪੁਲਿਸ ਹੀ ਅੱਗੇ ਕੀਤੀ ਹੈ, ਪੁਲਿਸ ਹੀ ਪ੍ਰਬੰਧ ਸੰਭਾਲੇ, ਕਿਉਂਕਿ ਸੁਪਰੀਮ ਕੋਰਟ ਨੇ ਤਾਂ ਹੁਣ ਸਿੱਧਾ ਸਪਸ਼ਟ ਜਵਾਬ ਦੇ ਦਿੱਤਾ ਵੀ ਮੈਂ ਤਾਂ ਦਖਲ ਹੀ ਨਹੀਂ ਦੇਣਾ ਵਿੱਚ। ਜਦੋਂ ਹੁਣ ਦਖਲ ਨਾ ਦੇਣ ਵਾਲੀ ਗੱਲ ਆਈ ਹੈ ਤਾਂ ਫਿਰ ਇਸ ਮਾਮਲੇ ਵਿੱਚ ਹੁਣ ਪੁਲਿਸ ਆਪਣੇ ਤੌਰ ਦੇ ਉੱਤੇ ਪ੍ਰਬੰਧ ਕਰ ਰਹੀ ਆ, ਪਰ ਜਿਹੜੇ ਇਹਦੇ ਤਾਰ ਹੈ ਉਹ ਕਿਸੇ ਹੋਰ ਪਾਸੋਂ ਹਿੱਲ ਰਿਹਾ। ਕੇਂਦਰ ਸਿੱਧੇ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਮਾਮਲੇ ਵਿੱਚ ਸਟੈਂਡ ਲੈ ਰਿਹਾ ਹੈਗਾ, ਕਿਉਂਕਿ ਵੱਡਾ ਉਹਨਾਂ ਨੂੰ ਡਰ ਜਿਹੜਾ ਆ ਉਹ ਇਸੇ ਸਤਾਈ ਜਾ ਰਿਹਾ ਕਿ ਤੇ ਇਹ ਨਾ ਹੋ ਜਾਏ 26 ਜਨਵਰੀ ਨੂੰ ਸੱਚੀ ਮੁੱਚੀ ਲਾਲ ਕਿਲੇ ਦੇ ਉੱਤੇ ਹੀ ਆ ਕੇ ਚੜਾਈ ਕਰ ਦੇਣ, ਝੰਡਾ ਲਹਿਰਾ ਰਹੇ। ਪਰ ਦੇਖੋ ਦੂਜੇ ਪਾਸੇ ਪੰਜਾਬੀ ਆਪਣੇ ਮਾਮਲੇ ਦੇ ਉੱਤੇ ਪੱਕੇ ਡਟੇ ਹੋਏ ਆ ਕਿ ਹਰ ਹਾਲਤ ਵਿੱਚ ਜਿਹੜੀ ਇਹ 26 ਜਨਵਰੀ ਦੀ ਰੈਲੀ ਆ ਉਹ ਕੱਢਣੀ ਹੀ ਕੱਢਣੀ ਹੈ ਜੀ। ਪੰਜਾਬ ਦੇ ਵਿੱਚ ਜੇ ਗੱਲ ਕਰੀਏ 26 ਜਨਵਰੀ ਦੀ ਤੇ ਟਰੈਕਟਰ ਰੈਲੀ ਦੀ, ਉਹ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀ ਕਵਲ ਜੀ ਚੱਲ ਰਹੀਆਂ ਨੇ ਉਹ ਵੀ ਜਾਣਨਾ ਚਾਹਾਂਗੇ। ਬਿਲਕੁਲ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਚੱਲਦੀਆਂ ਪਈਆਂ ਔਰ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਮਸ਼ਕਾਂ ਕੀਤੀਆਂ ਜਾ ਰਹੀਆਂ ਸੀ ਔਰ ਉਧਰ ਹਰਿਆਣਾ ਵਿੱਚ ਵੀ ਮੁਕੰਮਲ ਤਿਆਰੀਆਂ ਹੈਗੀਆਂ। ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਇੰਨਾ ਮੇਲੇ ਜਾਣ ਦਾ ਉਤਸ਼ਾਹ ਨਹੀਂ ਹੁੰਦਾ ਜਿੰਨਾ 26 ਜਨਵਰੀ ਦੀ ਰੈਲੀ ਉੱਤੇ ਜਾਣ ਦਾ ਉਤਸ਼ਾਹ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ। ਤੇ ਵੱਡੇ ਜਿਹੜੀਆਂ ਹੈਗੀਆਂ ਝਾਕੀਆਂ ਜਿਹੜੀਆਂ ਉਹ ਸਜਾਈਆਂ ਜਾ ਰਹੀਆਂ ਆ ਵੱਡੇ ਪੱਧਰ ਦੇ ਉੱਤੇ, ਟਰਾਲੀਆਂ ਨੂੰ ਬੜੇ ਵਧੀਆ ਤਰੀਕੇ ਨਾਲ, ਜਿਵੇਂ ਅਸੀਂ 15 ਅਗਸਤ ਦੀ ਗੱਲ ਕਰ ਲਈਏ ਜਾਂ 26 ਜਨਵਰੀ ਦੀ ਗੱਲ ਕਰ ਲਈਏ, ਜਦੋਂ ਪਰੇਡਾਂ ਵਿੱਚ ਅਸੀਂ ਝਾਕੀਆਂ ਦੇਖਦੇ ਹੁੰਦੇ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਦੇ ਆਏ ਆ। ਫਿਰ ਅਸੀਂ 26 ਜਨਵਰੀ ਤੇ ਜਦੋਂ ਦਿੱਲੀ ਤੋਂ ਟੈਲੀਵਿਜ਼ਨਾਂ ਤੇ ਵੀ ਕਦੇ ਵੇਖਦੇ ਸੀ ਵੀ ਆ ਫਲਾਣੇ ਸਟੇਟ ਦੀ ਝਾਕੀ ਆ, ਉਹਦੀ ਝਾਕੀ। ਹੁਣ ਜਿਹੜੀ ਝਾਕੀ ਆ ਉਹ ਸਾਰੀ ਦੀ ਸਾਰੀ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਆ, ਪੰਜਾਬ ਦੇ ਨਾਲ ਜੁੜੀ ਹੋਈ ਆ, ਇਸ ਸੰਘਰਸ਼ ਨਾਲ ਜੁੜੀ ਹੋਈ ਆ, ਇਸ ਮਹਾਕੋਲ ਨਾਲ ਜੁੜੀ ਹੋਈ ਆ। ਉਹੀ ਚੀਜ਼ਾਂ ਐਤਕੀ ਪਹਿਲੀ ਵਾਰੀ ਦੇਖਣ ਨੂੰ ਮਿਲਣਗੀਆਂ ਔਰ ਬਹੁਤ ਵੱਡੀ ਇਤਿਹਾਸਕ ਜਿਹੜੀ ਹੈ ਪਰੇਡ ਹੋਣ ਜਾ ਰਹੀ ਆ। ਔਰ ਦਿੱਲੀ ਦੇ ਰਿੰਗ ਰੋਡ ਦੇ ਉੱਤੇ ਕਿਸਾਨ ਵਾਰੀ-ਵਾਰੀ ਇਸੇ ਗੱਲ ਦੇ ਉੱਤੇ ਪੱਕੇ ਹੋਏ ਆ, ਇਸੇ ਕਰਕੇ ਹੀ ਦਿੱਲੀ ਵਿੱਚ ਐਂਟਰੀ ਨਾ ਹੋ ਸਕੇ। ਉਧਰ ਇੱਕ ਪਾਸੇ ਪੁਲਿਸ ਦੇ ਪ੍ਰਬੰਧ ਕੀਤੇ ਜਾ ਰਹੇ ਆ, ਦੂਜੇ ਪੱਧਰ ਦੇ ਉੱਤੇ ਉਤਸ਼ਾਹਿਤ ਹੋ ਕੇ ਇਸ ਟਾਈਮ ਅੱਜ ਦਿੱਲੀ ਵੱਲੋਂ ਰਵਾਨਾ ਹੋ ਰਹੀਆਂ ਟਰਾਲੀਆਂ, ਕੋਈ 1 ਲੱਖ ਦੇ ਕਰੀਬ ਜਿਹੜੇ ਟਰੈਕਟਰ ਹੈਗੇ ਆ ਪੰਜਾਬ ਤੋਂ ਰਵਾਨਾ ਹੋ ਰਹੇ ਆ। ਸੋ ਉਹਦੇ ਵਿੱਚ ਉਤਸ਼ਾਹ ਹੈਗਾ ਔਰ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਮਾਵਾਂ ਭੈਣਾਂ ਬੀਬੀਆਂ ਸਾਰੀਆਂ ਜਾ ਰਹੀਆਂ ਹੈਗੀਆਂ। ਔਰ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਹੀ ਉੱਥੇ ਬੈਠੀਆਂ ਔਰ ਬਹੁਤ ਸਾਰੇ ਕਿਸਾਨ ਆਗੂ ਜਿਹੜੇ ਆ ਉਹਨਾਂ ਨੇ ਵੀ ਵਾਰ-ਵਾਰ ਉਹਨਾਂ ਨੂੰ ਤਿਆਰੀਆਂ ਦੀ ਗੱਲ ਵੀ ਕਹੀ ਹੈ ਕਿ ਕਿਸ ਤਰੀਕੇ ਨਾਲ। ਕੱਲ ਰਕੇਸ਼ ਅਟਕੈਤ ਉਹਨਾਂ ਨੇ ਵੀ ਗੱਲ ਕਹੀ ਸੀ ਵੀ ਕਿਸ ਤਰੀਕੇ ਦਾ ਸਮਾਨ ਜਿਹੜਾ ਹੈਗਾ ਟਰਾਲੀਆਂ ਵਿੱਚ ਲੈ ਕੇ ਆਉਣ, ਕਿਸ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਸਜਾ ਕੇ ਉੱਥੇ ਲੈ ਕੇ ਆਉਣੀਆਂ। ਬਾਕੀ ਕਿਸਾਨ ਆਗੂਆਂ ਨੇ ਵੀ ਇਹ ਗੱਲ ਕਹੀ ਸੀ ਵੀ ਇਸ ਤਰੀਕੇ ਦੇ ਨਾਲ ਸਜਾ ਕੇ ਲਿਆਓ ਤਾਂ ਕਿ ਪਤਾ ਲੱਗੇ
ਦੁਨੀਆ ਨੂੰ ਪਤਾ ਲੱਗੇ, ਕਿਉਂਕਿ ਹੁਣ ਦੇਖੋ ਮੀਡੀਆ ਐਸ ਵੀ ਦੇਖੋ, ਹੁਣ ਮੀਡੀਆ ਇਸ ਵੱਡੇ ਪੱਧਰ ਦੇ ਉੱਤੇ ਇਸ ਵਾਰ ਸਾਰੀ ਦੁਨੀਆ ਦੇ ਵਿੱਚ ਆ। ਹੁਣ ਤਾਂ ਘਰ ਘਰ ਦੇ ਵਿੱਚ ਉਹ ਗੱਲ ਆ ਕਿ ਹੱਥਾਂ 'ਚ ਮੋਬਾਈਲ ਆ ਤੇ ਸੋਸ਼ਲ ਮੀਡੀਆ ਜਿਹੜਾ ਹੈਗਾ, ਤੇ ਹਰੇਕ ਨੂੰ ਉਹ ਚੀਜ਼ ਜਿਹੜੀ ਦੇਖਣ ਨੂੰ ਮਿਲੂਗੀ, ਔਰ ਸਦੀਆਂ ਤੱਕ ਦਾ ਇੱਕ ਰਿਕਾਰਡ ਜਿਹੜਾ ਹੈਗਾ ਇਸ ਪਰੇਡ ਦੇ ਜ਼ਰੀਏ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲੂਗਾ। ਸੋ ਉਮੀਦ ਬਹੁਤ ਵੱਡੀ ਜਤਾਈ ਜਾ ਰਹੀ ਹੈਗੀ ਹੈ ਕਿ ਇੱਕ ਇਤਿਹਾਸਕ ਅੰਦੋਲਨ ਵਿੱਚ ਇੱਕ ਇਤਿਹਾਸਕ ਪਰੇਡ ਜਿਹੜੀ ਆ ਉਹ 26 ਜਨਵਰੀ ਵਾਲੀ ਕਿਸਾਨੀ ਪਰੇਡ ਵੇਖਣ ਨੂੰ ਮਿਲੇਗੀ। ਮਾਫ ਕਰਨਾ, ਪਤਾ ਨਹੀਂ ਕਿਸ ਨੂੰ ਗੱਲ ਚੰਗੀ ਲੱਗੇਗੀ, ਪਤਾ ਨਹੀਂ ਲੱਗੇਗੀ, ਪਰ ਅੱਜ ਤੱਕ ਇੰਨੀ ਜਿਹੜੀ ਕਹਿ ਸਕਦੇ ਨੇ ਕਿਉਰਿਓਸਿਟੀ ਜਿਹੜੀ ਕਿਸੇ ਚੀਜ਼ ਨੂੰ ਲੈ ਕੇ ਪੈਦਾ ਨਹੀਂ ਹੋਈ, ਇੰਨੀ ਖੁਸ਼ੀ ਕਿਸੇ ਚੀਜ਼ ਨੂੰ ਲੈ ਕੇ ਅੱਜ ਤੱਕ 26 ਜਨਵਰੀ ਦੀ ਕਦੇ ਮੈਂ ਵੇਟ ਨਹੀਂ ਕੀਤੀ, ਅੱਜ ਤੱਕ 15 ਜਨਵਰੀ ਦੀ ਕਦੇ ਮੈਂ ਵੇਟ ਨਹੀਂ ਕੀਤੀ, ਕੋਈ ਉਹ ਦਿਲਚਸਪੀ ਨਹੀਂ ਹੁੰਦੀ ਸੀ। ਮਤਲਬ ਹੁਣ ਸਾਰਿਆਂ ਨੂੰ ਤਾਂਘ ਹੈ। ਬਿਲਕੁਲ, ਪਰ ਜਿਹੜੀ ਇਸ 26 ਜਨਵਰੀ ਦੀ ਤਾਂਘ ਹੈ ਨਾ, ਤੇ ਇਸ 26 ਜਨਵਰੀ ਦਾ ਇੰਤਜ਼ਾਰ ਹੈ ਕਿ ਕਦੋਂ ਆਵੇਗੀ, ਦੇਖਣਾ ਹੋਵੇਗਾ ਕਿ ਕੀ ਕੁਝ ਹੋਵੇਗਾ, ਉਹ ਗੱਲ ਸ਼ਾਇਦ ਅੱਜ ਤੱਕ ਕਦੀ ਇਹਨਾਂ ਜਿਹੜੇ ਮਹੱਤਵਪੂਰਨ ਦਿਨ ਹੁੰਦੇ ਆ ਉਹਨਾਂ ਨੂੰ ਲੈ ਕੇ ਕਦੀ ਨਹੀਂ ਹੋਈ। ਕਿਉਂਕਿ ਤੁਹਾਨੂੰ ਵੀ ਪਤਾ ਕਿ ਸਕੂਲਾਂ ਦੇ ਵਿੱਚ ਛੋਟੇ ਹੁੰਦੇ ਸੀ, ਜਦੋਂ 15 ਜਨਵਰੀ ਜਾਂ 26 ਜਨਵਰੀ ਨੂੰ ਲੱਡੂ ਵੰਡੇ ਜਾਂਦੇ ਸੀ, ਸਮੋਸੇ ਵੰਡੇ ਜਾਂਦੇ ਸੀ ਸਕੂਲਾਂ ਦੇ ਵਿੱਚ ਟੀਚਰਾਂ ਵੱਲੋਂ। ਹੁਣ ਦਿਲ ਦੇ ਵਿੱਚ ਇਹ ਸਮੋਸਾ ਲੱਡੂ ਮਿਲੇ ਭਾਵੇਂ ਨਾ ਮਿਲੇ, ਪਰ ਟਰੈਕਟਰਾਂ ਦੀ ਰੈਲੀ ਹੈ ਜਿਹੜੀ 26 ਜਨਵਰੀ ਨੂੰ ਉਹ ਦੇਖਣੀ ਜ਼ਰੂਰ ਆ। ਔਰ ਬਿਲਕੁਲ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਹੀ ਮਿਲ ਜੇ, ਇਹ ਸਾਡੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ। ਮੈਂ ਸੁਣਿਆ ਵੀ ਕਾਂਗਰਸ ਵੀ ਬੋਲੀ ਆ ਕੁਛ, ਕਹਿੰਦੇ ਕਿ ਉਹ ਗੱਲ ਆ ਜਾਂਦੀ ਹੈ ਨਾ ਕਿ ਗੁਆਂਢੀਆਂ ਨੂੰ ਗੁਆਂਢੀਆਂ ਦੇ ਰਾਹ ਜਿਹੜੇ ਆ ਉਹ ਮਿਲੀ ਜਾਂਦੇ ਆ, ਭਾਵੇਂ ਟੋਕਰਾ ਸਿਰ ਤੇ ਜਿੱਡਾ ਮਰਜ਼ੀ ਹੋਵੇ, ਬੀਬਾ ਬੋਲ ਹੀ ਪੈਂਦੀ ਆ। ਤੇ ਐਵੇਂ ਹੀ ਕਾਂਗਰਸ ਦੇ ਸਿਰ ਤੇ ਜਿੰਨੇ ਮਰਜ਼ੀ ਦੋਸ਼ਾਂ ਦੀ ਪੰਡ ਹੋਵੇ, ਪਰ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਕੁਛ ਨਾ ਕੁਛ ਤਾਂ ਬੋਲ ਹੀ ਪੈਂਦੀ ਹੈ। ਮੈਂ ਸੁਣਿਆ ਵੀ ਬਿਲਕੁਲ ਜੀ ਬੀਬਾ ਜੀ ਬੋਲੇ ਆ। ਔਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਿਹੜੇ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਉਹਨਾਂ ਦਾ ਕਹਿਣਾ ਹੈ ਵੀ ਇਹ ਖੇਤੀ ਜਿਹੜੀ ਆ ਜਿਹੜੀ ਵਿੱਚ ਜਿਹੜਾ ਅੰਦੋਲਨ ਚੱਲਦਾ ਪਿਆ, ਭੋਜਨ ਲੜੀ ਜਿਹੜੀ ਆ ਉਹਨੂੰ ਬਰਬਾਦ ਕਰਨ ਦੇ ਲਈ ਕੇਂਦਰ ਸਰਕਾਰ ਸਿੱਧੇ ਰੂਪ ਦੇ ਵਿੱਚ ਜ਼ਿੰਮੇਵਾਰ ਹੈ। ਦੂਸਰੇ ਪਾਸੇ ਮਤਲਬ ਉਹਨਾਂ ਦਾ ਵਾਰ-ਵਾਰ ਇਹ ਸੀਗਾ, ਹਾਲਾਂਕਿ ਰਾਹੁਲ ਗਾਂਧੀ ਦੀ ਇੱਥੇ ਗੱਲ ਕਰ ਲਈਏ ਕਿ ਰਾਹੁਲ ਗਾਂਧੀ ਨੇ ਵੀ ਪਹਿਲਾਂ ਬਿਆਨ ਦਿੱਤਾ ਸੀਗਾ ਇਸ ਮਾਮਲੇ ਤੇ, ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਉਹਦੇ ਵੀ ਚਰਚਾ ਸਾਰਿਆਂ ਨੂੰ ਪਤਾ ਮੀਡੀਆ ਤੇ ਹੋ ਰਹੀ ਸੀ ਕਿ ਰਾਹੁਲ ਗਾਂਧੀ ਨੇ ਇਹ ਜੋ ਕਾਨੂੰਨ ਬਣਾਏ ਗਏ ਇਹਨਾਂ ਬਾਰੇ ਪਹਿਲਾਂ ਭਾਜਪਾ ਦੀ ਚੰਗੀ ਝਾੜ-ਝੰਬ ਜਿਹੜੀ ਸੀ ਪਾਰਲੀਮੈਂਟ ਵਿੱਚ ਕੀਤੀ ਸੀ। ਉਹ ਝਾੜ-ਝੰਬ ਤੋਂ ਬਾਅਦ ਹੁਣ ਬੀਬੀ ਸੋਨੀਆ ਗਾਂਧੀ ਜੀ ਉਹ ਵੀ ਬੋਲੇ ਆ, ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕੇਂਦਰ ਸਰਕਾਰ ਦੀ ਜਿਹੜੀ ਹੈਗੀ ਆ ਇੱਕ ਬਹੁਤ ਘਟੀਆ ਇਹ ਵਤੀਰਾ ਆ, ਇਸ ਤਰੀਕੇ ਦੇ ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਜਿਹੜਾ ਭੋਜਨ ਸੁਰੱਖਿਆ ਪ੍ਰਣਾਲੀ ਆ ਉਹਦੇ ਉੱਤੇ ਬਹੁਤ ਵੱਡਾ ਜਿਹੜਾ ਹੈਗਾ ਉਹਨੂੰ ਖਤਮ ਕਰਨ ਦਾ ਇੱਕ ਇਹਨਾਂ ਦਾ ਨਿਸ਼ਾਨਾ ਆ ਜੀ। ਇਸ ਕਰਕੇ ਉਹਨਾਂ ਨੇ ਇਹ ਨਿਸ਼ਾਨਾ ਇਸ ਦੇ ਉੱਤੇ ਹੀ ਉਂਗਲ ਚੱਕੀ ਆ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਆ, ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਇਹ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਹੈਗੇ ਆ, ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਕਿਉਂ ਨਹੀਂ ਸੁਧਾਰ ਕਰ ਰਹੀ, ਕਿਉਂ ਨਹੀਂ ਜਿਸ ਤਰੀਕੇ ਨਾਲ ਇਹ ਪਾਸ ਕੀਤੇ ਆ ਉਸੇ ਤਰੀਕੇ ਰੱਦ ਕੀਤੇ ਜਾਂਦੇ। ਸੋ ਇਸ ਤਰ੍ਹਾਂ ਕਾਂਗਰਸ ਨੇ ਜਿਹੜੀ ਹੈਗੀ ਆਪਣੀ ਜ਼ੁਬਾਨ ਖੋਲੀ ਆ ਖੇਤੀ ਇਸ ਕਾਨੂੰਨਾਂ ਦੇ ਹੱਕ ਦੇ ਵਿੱਚ, ਔਰ ਕਿਹਾ ਹੈ ਕਿ ਇਹ ਕਾਨੂੰਨ ਜਿਹੜੇ ਮੰਦੇ ਹੈਗੇ ਔਰ ਇਸ ਤਰੀਕੇ ਨਾਲ ਇਹ ਕਿਸਾਨੀ ਨੂੰ ਖਤਮ ਕਰ ਦੇਣਗੇ। ਜੀ ਜਿਵੇਂ ਦੇਖਿਆ ਜਾ ਰਿਹਾ ਕਿ ਭਾਵੇਂ ਸਿਆਸੀ ਦਲ ਹੈ ਜਿਹੜੇ, ਭਾਵੇਂ ਸਿਆਸੀ ਲੀਡਰ ਨੇ, ਉਹਨਾਂ ਨੂੰ ਜਿਹੜੀਆਂ ਸਾਡੀਆਂ ਸਟੇਜਾਂ ਲੱਗੀਆਂ ਹੋਏ ਨੇ ਕਿਸਾਨ ਜਥੇਬੰਦੀਆਂ ਦੇ, ਉਹਨਾਂ ਦੇ ਕੋਲ ਵੀ ਫਟਕਣ ਨਹੀਂ ਦਿੱਤਾ ਜਾ ਰਿਹਾ, ਤੇ ਨਾ ਹੀ ਅੱਜ ਤੱਕ ਪਹਿਲਾ ਅੰਦੋਲਨ ਹੋਣਾ ਸ਼ਾਇਦ ਇਹ ਜਿਸ ਦੇ ਵਿੱਚ ਇੰਨੀ ਜ਼ਿਆਦਾ ਏਕਤਾ ਤੇ ਇੰਨਾ ਜ਼ਿਆਦਾ ਉਹ ਰੱਖਿਆ ਗਿਆ ਕਿ ਸਿਆਸੀ ਲੀਡਰ ਨਹੀਂ ਆਣਗੇ, ਮਤਲਬ ਨਹੀਂ ਆਣਗੇ, ਅਸੀਂ ਆਪਣੀ ਸਟੇਜ ਨੂੰ ਸਿਆਸੀ ਨਹੀਂ ਬਣਨ ਦੇਣਾ। ਪਰ 26 ਜਨਵਰੀ ਨੂੰ ਲੈ ਕੇ ਮੈਂ ਸੁਣਿਆ ਵੀ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ ਤੇ ਕੱਸੇ ਲਗਾਈ ਜਾਂਦੀਆਂ ਨੇ ਵੀ ਹਾਂ ਇਹ ਕਰਨਾ ਉਹ ਕਰਨਾ, ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਹੋਇਆ। ਇੱਥੇ ਗੱਲ ਕਹਾਂਗੇ ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈ, ਸੋ ਇਹ ਉਹ ਗੱਲ ਇਸ ਟਾਈਮ ਬਣੀ ਹੈਗੀ ਆ। ਤੇ ਹੁਣ ਗੱਲ ਇਹ ਆ ਵੀ ਮੈਂ ਕਹੂੰਗਾ ਵੀ ਜਨ ਭਰਾਈ ਤੇ ਐਕਮ ਨੱਚੇ ਵਾਲੀ ਗੱਲ ਵੀ ਕਰਨ ਜਾ ਰਹੇ ਹੈਗੇ, ਕਰੀ ਜਾਣ ਕੀ ਆ, ਉਹਨਾਂ ਨੇ ਤਾਂ ਸੱਦਾ ਦਿੱਤਾ ਨਹੀਂ ਹੈਗਾ, ਪਰ ਕਿਤੇ ਇਹਨਾਂ ਨੂੰ ਆਏ ਆ ਕਿ ਮੁੜ ਕੇ ਭਿਉਂ ਛਿੱਤਰ ਵੱਜਣੇ ਆ, ਉਹਨਾਂ ਛਿੱਤਰਾਂ ਤੋਂ ਡਰਦੇ ਆ ਪਹਿਲਾਂ ਵੀ ਇਹ ਇਸ ਮਾਮਲੇ ਵਿੱਚ ਆ ਰਹੇ ਆ। ਕੱਲੀ ਭਾਜਪਾ ਪੰਜਾਬ ਨੂੰ ਅਗਰ ਅਸੀਂ ਛੱਡ ਦਈਏ, ਉਹਨਾਂ ਨੂੰ ਛੱਡ ਕੇ ਜਿੰਨੀਆਂ ਵੀ ਬਾਕੀ ਰਾਜਨੀਤਿਕ ਪਾਰਟੀਆਂ ਹੈਗੀਆਂ ਉਹ ਅੰਦਰ ਖਾਤੇ ਪੱਬਾਂ ਭਾਰ ਹੋਈਆਂ ਫਿਰਦੀਆਂ ਇਸ ਮਾਮਲੇ ਦੇ ਵਿੱਚ ਵੀ। ਅਸੀਂ ਵੀ ਉੱਥੇ ਜਾ ਕੇ 26 ਜਨਵਰੀ ਲਈ ਤਿਆਰੀਆਂ ਜਿਹੜੀਆਂ ਉਹ ਵੱਟ ਲਈਏ, ਉੱਥੇ ਪਹੁੰਚ ਗਏ, ਉਸ ਅੰਦੋਲਨ ਦਾ ਹਿੱਸਾ ਬਣੀਏ, ਕਿਉਂਕਿ ਕੱਲ ਨੂੰ ਜਿਹੜੀਆਂ ਆਗਾਮੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਸੀ ਵੀ ਕਿਤੇ ਉਹ ਮਨ ਦੇ ਵਿੱਚ ਉਹਨਾਂ ਦੇ ਹੈਗਾ ਵੀ ਕਿਤੇ ਇਹ ਨਾ ਹੋਵੇ ਵੀ ਜਦੋਂ ਚੋਣਾਂ ਨੇੜੇ ਆਏ ਆ ਤੇ ਜਿਵੇਂ ਹੁਣ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਔਰ ਪਿੰਡ ਜਿਹੜੇ ਐਲਾਨ ਹੋ ਗਏ ਵੀ ਰਾਜਨੀਤਿਕ ਲੀਡਰਾਂ ਨੂੰ ਹੁਣ ਮੂੰਹ ਨਹੀਂ ਲਾਉਣਾ, ਕਿਉਂਕਿ ਹੁਣ ਜਿਹੜੇ ਨਾ ਲੋਕ ਇਹ ਪਹਿਲੀ ਵਾਰੀ ਹੋਇਆ 70 ਸਾਲਾਂ ਵਿੱਚ ਬਹੁਤ ਬੇਵਕੂਫ ਬਣ ਗਏ ਅਸੀਂ, ਤੁਸੀਂ ਸਾਰੇ ਸਾਡੇ ਵੱਡ ਵਡੇਰੇ ਸਾਰੇ ਇਹਨਾਂ ਨੂੰ ਵੋਟਾਂ ਪਾ ਜਿਤਾਇਆ, ਇਹਨਾਂ ਨੂੰ ਮੰਤਰੀ ਬਣਾਇਆ, ਸੰਤਰੀ ਬਣਾਇਆ, ਉਸ ਅਹੁਦਿਆਂ ਤੱਕ ਇਹ ਲਿਆਏ, ਪਰ ਇਹਨਾਂ ਨੇ ਮੁੜ ਕੇ ਬਾਤ ਨਹੀਂ ਪੁੱਛੀ। 5 ਸਾਲ ਦੇ ਉਹ ਜਿਹੜੇ ਸੀਗੇ ਵਾਰ-ਵਾਰ ਉਡੀਕਦੇ ਰਹੇ, ਮੁੜ ਕੇ ਕਦੇ ਇਹ ਤੁਹਾਡੇ ਦਰ ਤੇ ਸੀ, ਮੁੜ ਕੇ ਤੁਸੀਂ ਇਹਨਾਂ ਦੇ ਦਰ ਦੇ ਉੱਤੇ ਸਾਰੀ ਉਮਰ ਹੀ ਹੱਥ ਬੰਨ ਖੜਦੇ ਰਹੇ ਹੋ। ਇਹ ਕਿਤੇ ਨਾ ਹੁਣ ਜਾਗਰੂਕ ਹੋਏ ਲੋਕ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਇਹਨਾਂ ਨੇ ਗੰਦ ਪਾਇਆ ਹੋਇਆ, ਔਰ ਇਹਨਾਂ ਸਾਲਾਂ ਦੇ ਵਿੱਚ 17 ਦਹਾਕੇ
7 ਦਹਾਕਿਆਂ ਵਿੱਚ ਇਹਨਾਂ 17 ਸਾਲਾਂ ਦੇ ਵਿੱਚ ਕੀ ਕੁਛ ਨਹੀਂ ਕੀਤਾ ਇਹਨਾਂ ਨੇ, ਲੁੱਟ ਕੇ ਖਾ ਗਏ ਇਹ ਲੀਡਰ। ਹੁਣ ਉਹ ਇਹ ਹੈ ਕਿ ਮੂੰਹ ਨਹੀਂ ਲਾਉਣਾ ਚਾਹੁੰਦੇ, ਪਰ ਹੁਣ ਲੀਡਰਾਂ ਨੂੰ ਡਰ ਹੈ ਕਿ ਕੀਤਾ ਗਾਮੀ ਚੋਣਾਂ 'ਚ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਜਾਂ ਸ਼ਹਿਰਾਂ 'ਚ ਜਾ ਕੇ ਵੋਟਾਂ ਮੰਗਣ ਵੇਲੇ ਸਾਡੇ ਨਾਲ ਬਣੂਗਾ ਕੀ ਆ, ਜੇ ਅੱਜ ਨਾ ਖੜੇ ਤੇ ਫਿਰ ਸਾਨੂੰ ਕਦੇ ਮੂੰਹ ਨਹੀਂ ਲਾਉਣਾ, ਫਿਰ ਬਸ ਇਹੀ ਕਿਤੇ ਕਿਉਂਕਿ ਅੱਜ ਹਰ ਇੱਕ ਪਿੰਡ ਦੇ ਬਾਹਰ ਬੋਰਡ ਲਗਾਇਆ ਗਿਆ ਕਿ ਜਿਹੜਾ ਕਿਸਾਨ ਕਿਸਾਨਾਂ ਦੇ ਨਾਲ ਖੜੇਗਾ, ਲੀਡਰ ਉਹੀ ਪਿੰਡ ਦੇ ਵਿੱਚ ਵੜੇਗਾ, ਦੂਜੇ ਦੀ ਐਂਟਰੀ ਨਹੀਂ ਹੋਵੇਗੀ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ, ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਕਿਸਾਨ ਜਥੇਬੰਦੀ ਦਾ ਬੰਦਾ ਬੈਠਾ ਆ ਤੇ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ, ਤੇ ਉਹ ਇਸ ਚੀਜ਼ ਨੂੰ ਬਾਖੂਬੀ ਜਾਣਦਾ ਕਿ ਕਿਵੇਂ ਜਦੋਂ ਸਿਆਸਤਦਾਨ ਸਾਡੇ ਦਰਾਂ ਤੇ ਆਉਂਦੇ ਆ ਵੋਟਾਂ ਮੰਗਣ ਦੇ ਲਈ, ਉਦੋਂ ਤਾਂ ਚਾਹੇ ਉਹਨਾਂ ਤੋਂ ਗੋਹਾ ਵੀ ਚੁਕਵਾ ਲਓ, ਉਹ ਵੀ ਚੁੱਕ ਜਾਂਦੇ ਆ, ਉਦੋਂ ਚਾਹੇ ਜੋ ਮਰਜ਼ੀ ਕਰਵਾ ਲਓ, ਹਰ ਗੱਲ ਮੰਨਣ ਲਈ ਤਿਆਰ ਹੁੰਦੇ ਆ। ਪਰ ਜਦੋਂ ਸਾਨੂੰ ਜ਼ਰੂਰਤ ਹੁੰਦੀ ਆ ਉਦੋਂ ਉਹ ਚਾਦਰ ਲੈ ਕੇ ਆਪਣੇ ਆਲੀਸ਼ਾਨ ਮਹਿਲਾਂ ਦੇ ਵਿੱਚ ਬਿਲਕੁਲ ਹੋਈ ਲੰਮੀਆਂ ਲੱਤਾਂ ਤਾਣ ਕੇ ਸੁੱਤੇ ਹੁੰਦੇ ਆ। ਤੇ ਨਾਲ ਹੀ ਗੱਲ ਕਰਾਂਗੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਨੌਜਵਾਨ ਜਾਂ ਫਿਰ ਜਿਹੜੇ ਆਪਣੇ ਕਿਸਾਨ ਭਾਈ ਆ ਜਿਹੜੇ ਉਹ ਸ਼ਹੀਦ ਹੋਏ ਨੇ, ਉਹਨਾਂ ਨੂੰ ਪੰਜਾਬ ਸਰਕਾਰ ਨੇ ਰਾਸ਼ੀ ਦੇਣ ਦੀ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਦੁੱਖ ਤਾਂ ਬਹੁਤ ਹੁੰਦਾ, ਇਹ ਰਾਸ਼ੀ ਤੇ ਇਹ ਨੌਕਰੀਆਂ ਉਹ ਭਰਪਾਈ ਤਾਂ ਨਹੀਂ ਕਰ ਸਕਦੀਆਂ ਪਰਿਵਾਰ ਦੀ ਜਿਹੜੀ ਉਸ ਇਨਸਾਨ ਨਾਲ ਸੀ, ਕਿਉਂਕਿ ਹੋਰ ਬਾਰੇ ਜਦੋਂ ਜੀਣਾ ਸੀ ਉਹਨਾਂ ਦੇ ਨਾਲ ਬਹੁਤ ਖੁਸ਼ੀਆਂ ਆਉਣੀਆਂ ਸੀਗੀਆਂ, ਬਹੁਤ ਸਾਰੀਆਂ ਚੀਜ਼ਾਂ ਆਉਣੀਆਂ ਸੀਗੀਆਂ। ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਸਿਆਸੀ ਪੱਖ ਆ ਜਾਂ ਫਿਰ ਕਿਤੇ ਨਾ ਕਿਤੇ ਹਮਦਰਦੀ ਆ ਸਰਕਾਰ ਵੱਲੋਂ? ਮੈਂ ਕਹੂੰਗਾ ਕਿ ਵਾਕਈ ਇੱਕ ਬਹੁਤ ਗੰਭੀਰ ਤੇ ਤਰਾਸਦਿਕ ਸਥਿਤੀ ਹੈਗੀ ਕਿ ਜਿਹੜੇ ਕਿਸਾਨ ਇਸ ਅੰਦੋਲਨ ਦੀ ਭੇਟ ਚੜ ਗਏ, ਸ਼ਹੀਦ ਹੋਏ, ਉਹਨਾਂ ਬਾਰੇ ਪੰਜਾਬ ਸਰਕਾਰ ਜਾਗਰੂਕ ਹੋਈ ਹੈ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਇਆ ਹੈਗਾ ਕਿ ਜਿਹੜੇ ਹੁਣ ਤੱਕ ਜੋ ਸਿਮੀ ਰਿਪੋਰਟ ਜੋ ਸਰਵੇ ਇਹਨਾਂ ਨੇ ਕੀਤਾ ਉਹਦੇ ਵਿੱਚ ਸਿਰਫ ਤੇ ਸਿਰਫ ਮੇਰੇ ਕੋਲ ਜੋ ਆਈ ਉਹ 76 ਕਿਸਾਨਾਂ ਦੇ ਬਾਰੇ ਅਸੀਂ ਗੱਲ ਕਰ ਰਹੇ। 76 ਕਿਸਾਨਾਂ ਦੇ ਪਰਿਵਾਰਾਂ ਨੂੰ ਹੀ ਜਿਹੜੀ ਹੈ ਉਹ 5-5 ਲੱਖ ਦੀ ਸਹਾਇਤਾ ਜਿਹੜੀ ਹੈ ਪੰਜਾਬ ਸਰਕਾਰ ਨੇ ਦੇਣ ਦਾ ਐਲਾਨ ਕੀਤਾ। ਔਰ ਦੂਜੇ ਨਾਲ ਹੀ ਉਹਨਾਂ ਨੇ ਇੱਕ ਮੈਂਬਰ ਨੂੰ ਜਿਹੜਾ ਹੈਗਾ ਆ ਉਹ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਕਿਉਂਕਿ ਲੱਗਦਾ ਹੈ ਪੰਜਾਬ ਸਰਕਾਰ ਨੂੰ ਕਿ ਵਾਕਈ ਜਿਹੜੇ ਪੰਜਾਬ ਦੀ ਧਰਤੀ ਤੋਂ ਐਡੀ ਵੱਡੀ ਮੂਵਮੈਂਟ ਚੱਲੀ ਆ ਔਰ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ ਹੈ। ਪੂਰੀ ਦੁਨੀਆ ਦੇ ਸਾਹਮਣੇ ਇਹ ਚੀਜ਼ ਜ਼ਾਹਿਰ ਹੋਈ ਆ ਕਿ ਕਿਸੇ ਕੌਮ ਨਾਲ ਕਿਸੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਇੱਕ ਧੱਕਾ ਹੋਇਆ, ਖਾਸ ਤੌਰ ਦੇ ਉੱਤੇ ਪੰਜਾਬ ਦੇ ਨਾਲ ਕੇਂਦਰ ਦੇ ਪਹਿਲਾਂ ਧੱਕੇ ਹੁੰਦੇ ਆ ਰਹੇ। ਸੋ ਕਿਤੇ ਇਸ ਮਾਮਲੇ ਵਿੱਚ ਕਾਂਗਰਸ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਜਾਗਰੂਕ ਹੋਈ ਆ ਔਰ ਉਹਨਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਬਿਆਨ ਆਇਆ ਔਰ ਉਹਨਾਂ ਨੇ ਗੱਲ ਕੀਤੀ ਆ ਕਿ ਇੱਕ ਤਾਂ ਖੇਤੀ ਕਾਨੂੰਨ ਲਾਗੂ ਕਰਕੇ ਕੇਂਦਰ ਨੇ ਧੱਕਾ ਕੀਤਾ, ਕਿਸਾਨਾਂ ਨਾਲ ਧੱਕਾ ਕੀਤਾ, ਦੂਸਰੇ ਮਾਮਲੇ ਦੇ ਵਿੱਚ ਕੇਂਦਰ ਕੁਝ ਕਰ ਵੀ ਨਹੀਂ ਰਿਹਾ। ਕਿਉਂਕਿ ਹੁਣ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਵੀ ਕੇਂਦਰ ਨੇ ਜਿੱਥੇ ਜਿਹੜੇ ਸਾਡੇ ਫੰਡ ਸੀ ਉਹਨਾਂ ਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ, ਪਿੰਡੂ ਵਿਕਾਸ ਫੰਡਾਂ ਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ, ਪੰਜਾਬ ਨੂੰ ਇੱਕ ਵਾਰੀ ਫਿਰ ਬਹੁਤ ਵੱਡਾ ਜਿਹੜਾ ਹੈਗਾ ਉਹ ਕਰਜ਼ਦਾਰੀ ਵਾਲੇ ਪਾਸੇ ਲਿਆ ਤਾ। ਤੇ ਫਿਰ ਜੇ ਕੇਂਦਰ ਨਹੀਂ ਆ ਰਿਹਾ ਤੇ ਘੱਟੋ ਘੱਟ ਜਿਹੜਾ ਆਪਦਾ ਘਰ ਹੈ ਤੇ ਉਹਦੇ ਵਿੱਚੋਂ ਤਾਂ ਕੋਈ ਗੱਲ ਹੋਵੇ। ਜੇ ਆਪਦੇ ਘਰੋਂ ਹੀ ਨਾ ਹੌਸਲਾ ਮਿਲੂਗਾ ਤੇ ਫਿਰ ਅਕਸਰ ਕਿਸਾਨ ਜਾਣਗੇ ਕਿੱਥੇ। ਇਸ ਕਰਕੇ ਇੱਕ ਵੱਡਾ ਹੌਸਲੇ ਵਜੋਂ ਵੀ ਇਹਨੂੰ ਵੇਖਿਆ ਜਾਣਾ ਚਾਹੀਦਾ ਕਿ ਅਸੀਂ ਇਹਨੂੰ ਹਾਂ ਪੱਖੀ ਲੈਂਦੇ ਹਾਂ ਕਿ ਕੈਪਟਨ ਹੋਰਾਂ ਨੇ ਬਹੁਤ ਵਧੀਆ ਜਿਹੜਾ ਇਹ ਐਲਾਨ ਕੀਤਾ ਉਹਨਾਂ ਕਿਸਾਨ ਪਰਿਵਾਰਾਂ ਦੇ ਬਾਰੇ ਵਿੱਚ। ਇਹ ਠੀਕ ਹੈ ਕਿ ਤੁਰਗਿਆਂ ਨੂੰ ਮੋੜ ਕੇ ਲਿਆਉਣਾ ਬਹੁਤ ਔਖਾ ਹੈਗਾ। ਇੱਕ ਸਾਰੀ ਉਮਰ ਜਿਹੜੀ ਭਰਪਾਈ ਆ ਉਹ ਨਹੀਂ ਹੁੰਦੀ, ਸਾਰੀ ਉਮਰ ਚੇਤੇ ਰਹਿੰਦਾ ਹੈਗਾ। ਘਰ ਦਾ ਇੱਕ ਜੀ ਤੁਰ ਜੇ ਉਹੀ ਪਰਿਵਾਰ ਜਾਣਦਾ ਹੁੰਦਾ ਜਿਹਦੇ ਘਰੋਂ ਤੁਰਿਆ ਹੁੰਦਾ ਹੈਗਾ, ਦੂਜੇ ਨੂੰ ਇਸ ਬਾਰੇ ਸ਼ਾਇਦ ਉਹਨਾਂ ਦੁੱਖ ਨਹੀਂ ਹੁੰਦਾਗਾ। ਜਿਨ੍ਹਾਂ ਦੇ ਤੁਰ ਗਏ ਆ ਦੁੱਖ ਉਹਨਾਂ ਨੂੰ ਵੱਡਾ ਹੈਗਾ। ਸਾਡੇ ਵੀ ਔਨੇਰ ਮੰਨਿਓ ਹਮਦਰਦੀ ਉਹਨਾਂ ਕਿਸਾਨ ਪਰਿਵਾਰਾਂ ਨਾਲ ਜਿਹੜੇ ਇਸ ਅੰਦੋਲਨ ਦਰਮਿਆਨ ਕੁਰਬਾਨੀ ਕਰ ਚੁੱਕੇ ਆ, ਪਰ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਤੇ ਨਾਲ ਹੀ ਨਾਲ ਝਾਤ ਮਾਰਾਂਗੇ ਇਤਿਹਾਸ ਦੇ ਵੱਲ। ਅੱਜ ਇਤਿਹਾਸ ਦੇ ਵਿੱਚ ਕੀ ਖਾਸ ਹੈ ਤੇ ਕੀ ਜੁੜਿਆ ਹੋਇਆ ਅੱਜ ਦੇ ਇਤਿਹਾਸ ਦੇ ਨਾਲ ਸਾਡੇ ਪੰਜਾਬ ਦਾ? ਗੱਲ ਕਰੀਏ ਇਤਿਹਾਸ ਦੇ ਵਿੱਚ ਵੈਸੇ ਤਾਂ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਨੇ ਘਟਨਾਵਾਂ ਵਾਪਰਦੀਆਂ, ਪਰ ਸਾਰਿਆਂ ਦਾ ਜ਼ਿਕਰ ਨਾ ਕਰਦੇ ਹੋਏ ਅੱਜ ਇੱਕ ਮਹਾਨ ਸ਼ਖਸੀਅਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਗੱਲ ਕਰਾਂਗੇ। ਨੇਤਾ ਜੀ ਦਾ ਅੱਜ ਜਨਮ ਦਿਨ ਹੈ ਤੇ ਅਸੀਂ ਸਾਰੇ ਹੀ ਦਰਸ਼ਕਾਂ ਨੂੰ ਮੁਬਾਰਕ ਵੀ ਦਿੰਦੇ ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦੀ, ਕਿਉਂਕਿ ਉਹ ਆਜ਼ਾਦ ਹਿੰਦ ਫੌਜ ਦੇ ਬਾਨੀ ਵੀ ਸਨ। ਬਹੁਤ ਵੱਡਾ ਉਹਨਾਂ ਦਾ ਨਾਮ ਹੈ ਔਰ ਉਹਨਾਂ ਨੇ ਵੀ ਪੂਰੀ ਜ਼ਿੰਦਗੀ ਜਿਹੜੀ ਸੀਗੀ ਅੰਗਰੇਜ਼ਾਂ ਦੇ ਖਿਲਾਫ ਜੰਗ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਔਰ ਕਿਸ ਤਰੀਕੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਅਸੀਂ ਸਾਰੇ ਜਾਣਦੇ ਹਾਂ ਕਿ ਨੇਤਾ ਜੀ ਜਿਹੜੇ ਸੀਗੇ ਉਹਨਾਂ ਦਾ ਸ਼ਹੀਦੀ ਬਾਰੇ ਅੱਜ ਵੀ ਮਤਲਬ ਇੱਕ ਭੇਦ ਬਣਿਆ ਹੋਇਆ। ਪਰ ਅੱਜ ਦੇ ਦਿਨ ਇਹੋ ਜਿਹੀ ਮਹਾਨ ਸ਼ਖਸੀਅਤ ਦਾ ਜਨਮ ਦਿਨ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਸਾਡੇ ਲਈ ਇੱਕ ਇਸ ਤਰੀਕੇ ਦਾ ਸੂਚਕ ਹੈ ਕਿ ਸਾਡੇ ਲਈ ਅਗਵਾਈ ਬਣਦੇ ਹੈਗੇ ਸਾਡੇ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਲੰਮੇ ਸੰਘਰਸ਼ ਲੜੇ ਆ। ਅਸੀਂ ਦੇਖਿਆ ਕਿ ਨੇਤਾ ਜੀ ਵਰਗੀ ਜਿਹੜੀ ਆ ਆਦਮਕਦ ਸ਼ਖਸੀਅਤ ਆ, ਕਾਸ਼ ਉਹ ਜਿਉਂਦੇ ਹੁੰਦੇ ਤਾਂ ਸ਼ਾਇਦ ਹਿੰਦੁਸਤਾਨ ਦਾ ਜਿਹੜਾ ਅੱਜ ਇਤਿਹਾਸ ਕੁਝ ਹੋਰ ਹੁੰਦਾ, ਕਿਉਂਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਕਿਤੇ ਸਦੀਆਂ ਬਾਅਦ ਪੈਦਾ ਹੁੰਦੀਆਂ। ਸ਼ਾਇਦ ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੀ ਸ਼ਖਸੀਅਤ ਸਾਡੇ ਦੇਸ਼ ਦਾ ਮਾਣ ਵੀ ਹੈ, ਸਾਡੀ ਕੌਮ ਦਾ ਮਾਣ ਵੀ ਹੈ।
ਕਿਸੇ ਤਰੀਕੇ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਉਹਨਾਂ ਦਾ ਜਨਮ ਦਿਨ। ਤਾਂ ਸੋ ਅਸੀਂ ਇੱਕ ਵਾਰੀ ਫਿਰ ਸਾਰਿਆਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਨਾਲ ਹੀ ਗੱਲ ਕਰਦੇ ਹਾਂ, ਪਰਮਾਣੂ ਹਥਿਆਰ ਤੇ ਪਾਬੰਦੀ ਲਗਾਉਣ ਵਾਲੀ ਸੰਧੀ ਹੈ ਜਿਹੜੀ ਪਹਿਲੀ ਵਾਰ ਲਾਗੂ ਹੋਈ ਆ, ਬਿਲਕੁਲ ਇਸ ਬਾਰੇ ਕੀ ਕਹਿਣਾ ਹੈ? ਕਿ ਵੱਡੀ ਗੱਲ ਆ, ਇਹਨੇ ਲੰਮੇ ਸਮੇਂ ਤੋਂ ਸੰਧੀ ਤੇ ਜਿਹੜੀ ਪਾਬੰਦੀ ਸੀਗੀ ਪਰ ਹੁਣ ਜਿਹੜੀ ਉਹ ਲਾਗੂ ਹੋ ਚੁੱਕੀ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ, ਇਸ ਬਾਰੇ ਜਾਣਕਾਰੀ ਦੇਣਾ ਚਾਹਾਂਗੇ। ਬਿਲਕੁਲ ਜੀ, ਸੰਯੁਕਤ ਰਾਸ਼ਟਰ ਦੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਆ ਕਿ ਜਿਹੜੀ ਇੱਕ ਸੰਧੀ ਹੋਈ ਆ, ਜਿਹੜੇ ਖਤਰਨਾਕ ਹਥਿਆਰ ਹੈ ਉਹਨਾਂ ਦੇ ਬਾਰੇ ਪਾਬੰਦੀ ਲਾਉਣ ਦੇ ਵਾਸਤੇ ਬੜੇ ਲੰਮੇ ਸਮੇਂ ਤੋਂ ਇੱਕ ਮਰਹਲਾ, ਇੱਕ ਪੜਾਅ ਦੇ ਵਿੱਚੋਂ ਲੰਘਿਆ ਜਾ ਰਿਹਾ ਸੀ ਔਰ ਵਾਰ-ਵਾਰ ਬਹੁਤ ਸਾਰੇ ਦੇਸ਼ਾਂ ਦੀ ਇਹ ਕੋਸ਼ਿਸ਼ ਸੀ। ਕੋਸ਼ਿਸ਼ ਕਿਉਂ ਸੀਗੀ ਜਰਾ ਕਿ ਮੈਂ ਇਸ ਬਾਰੇ ਸਮੀ ਚਾਨਣਾ ਪਾਉਣਾ ਚਾਹੂੰਗਾ। ਵਿਸ਼ਵ ਯੁੱਧਾਂ ਨੇ ਸਾਡਾ ਕੁਝ ਨਹੀਂ ਸਵਾਰਿਆ। ਜਿਹੜਾ ਪਹਿਲਾ ਵਿਸ਼ਵ ਯੁੱਧ 1914 ਚ ਲੱਗਿਆ, ਫਿਰ ਉਸ ਤੋਂ ਬਾਅਦ ਕੋਈ ਲੰਮੇ ਸਮੇਂ ਤੱਕ ਚੱਲਿਆ ਔਰ ਪੂਰੇ ਸੰਸਾਰ ਜੰਗ ਜਿਹੜੀ ਸੀਗੀ ਉਸ ਦੇ ਵਿੱਚ ਖੱਟਿਆ ਕੁਝ ਨਹੀਂ, ਨਿਕਲਿਆ ਕੁਝ ਨਹੀਂ, ਬਰਬਾਦੀਆਂ ਦੇ ਰਾਹ ਫੜੇ। ਫਿਰ ਅਸੀਂ ਦੇਖਦੇ ਹਾਂ 1945 ਵਿੱਚ ਜਦੋਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਤੇ ਉਸ ਸਮੇਂ ਪਰਮਾਣੂ ਹਥਿਆਰਾਂ ਦੀ ਜਿਹੜੀ ਖੋਜ ਹੋ ਗਈ। ਉਸ ਸਮੇਂ ਜਿਹੜਾ ਅਸੀਂ ਦੇਖਿਆ ਕਿ ਵੱਡੇ ਪੱਧਰ ਤੇ ਜਿਹੜਾ ਇੱਕ ਨਿਊਕਲੀਅਰ ਬੰਬ ਜਿਹੜਾ ਬਣਾਇਆ ਗਿਆ ਸੀ, ਜਿਹਨੂੰ ਅਸੀਂ ਪਰਮਾਣੂ ਬੰਬ ਕਹਿੰਦੇ ਆ, ਉਸ ਬੰਬ ਨੂੰ ਅਮਰੀਕਾ ਨੇ ਹਰਕਤ ਕੀਤੀ ਉਸ ਵੇਲੇ ਔਰ ਜਾਪਾਨ ਨੂੰ ਦੇ ਉੱਤੇ ਉਹ ਬੰਬ ਜਿਹੜਾ ਸੀ ਸਿੱਟਿਆ ਗਿਆ ਸੀ। ਕਿਉਂਕਿ ਜੰਗ ਦੇ ਵਿੱਚ ਦੋਵੇਂ ਮੁਲਕ ਜਿਹੜੇ ਸੀ ਆਪਸ ਵਿੱਚ ਅਸੀਂ ਦੇਖਿਆ ਕਿ ਜਰਮਨ, ਅਮਰੀਕਾ ਵਰਗੇ ਮੁਲਕ, ਜਾਪਾਨ ਵਰਗੇ ਮੁਲਕ ਉਸ ਸਮੇਂ ਇਹਦੇ ਵਿੱਚ ਰੁੱਝੇ ਹੋਏ ਸੀਗੇ ਜੰਗ ਦੇ ਵਿੱਚ ਆਪਸੀ। ਤਾਂ ਵਿਸ਼ਵ ਜੰਗਾਂ ਦੇ ਵਿੱਚ ਖੱਟਿਆ ਕਿ ਉਸ ਪਰਮਾਣੂ ਜੰਗ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਤਬਾਹ ਕਰ ਦਿੱਤੇ। ਕੱਲੇ ਉੱਥੇ ਹੀ ਤਬਾਹੀ ਉਨੀ ਨਹੀਂ ਮੱਚੀ, ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਜਿਹੜਾ ਉਹਦਾ ਅਸਰ ਹੈ ਉਹ ਅੱਜ ਵੀ ਦੇਖਣ ਨੂੰ ਮਿਲ ਰਿਹਾ। ਕਿਤੇ ਇਸ ਚੀਜ਼ ਨੂੰ ਵੀ ਦੇਖਿਆ ਉੱਥੇ ਜਿਹੜੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਿਹੜੀਆਂ ਪਰਮਾਣੂ ਬੰਬਾਂ ਦੀ ਤਬਾਹੀ ਦੀਆਂ ਨਿਸ਼ਾਨੀਆਂ ਬਚੀਆਂ, ਉਹ ਅੱਜ ਵੀ ਮਨੁੱਖਤਾ ਦੇ ਘਾਣ ਦਾ ਸੂਚਨਾ ਦਿੰਦੀਆਂ ਆ ਕਿ ਪਰਮਾਣੂ ਹਥਿਆਰ ਮਨੁੱਖਤਾ ਲਈ ਹਮੇਸ਼ਾ ਤੋਂ ਮਾੜੇ ਰਹੇ ਆ ਤੇ ਮਾੜੇ ਰਹਿਣਗੇ। ਦੂਸਰੀ ਗੱਲ ਮੈਂ ਇੱਥੇ ਮਤਲਬ ਵੀਅਤਨਾਮ ਜੰਗ ਨਾਲ ਜੁੜਦੀ ਕਰੂੰਗਾ। ਅਮਰੀਕਾ ਨੇ ਦੂਸਰੀ ਵਾਰੀ ਫਿਰ ਇਹ ਕੀਤਾ ਕਿ ਵੀਅਤਨਾਮ ਦੇ ਨਾਲ ਜਦੋਂ ਜੰਗ ਹੋ ਰਹੀ ਸੀ 1965 ਦੀ ਗੱਲ ਹੈ, ਉਸ ਵੇਲੇ ਉੱਥੇ ਵੀ ਇਸ ਤਰ੍ਹਾਂ ਦੇ ਘਾਤਕ ਹਥਿਆਰਾਂ ਦੀ ਜਿਹੜੀ ਆ ਵਰਤੋਂ ਕੀਤੀ ਆ ਔਰ ਲੰਮੇ ਸਮੇਂ ਤੱਕ ਅੱਜ ਵੀ ਅਸੀਂ ਦੇਖਦੇ ਆ ਵੀਅਤਨਾਮ ਦੇ ਵਿੱਚ ਜਿਹੜੇ ਬਹੁਤ ਸਾਰੇ ਅਪਾਹਜ ਲੂਲੇ ਲੰਗੜੇ ਲੋਕ ਜਿਸ ਤਰ੍ਹਾਂ ਉਹਨਾਂ ਦੀ ਸਥਿਤੀ ਬਣੀ ਹੋਈ ਆ। ਨਾਲ ਹੀ ਜੁੜਦੀ ਗੱਲ ਕਹਾਂ ਕਿ ਅੱਜ ਵੀ ਜਿਹੜੇ ਉੱਥੇ ਬੱਚੇ ਪੈਦਾ ਹੋ ਰਹੇ ਸੀ, ਹੀਰੋਸ਼ੀਮਾ ਨਾਗਾਸਾਕੀ ਦੀ ਵੀ ਗੱਲ ਕਰ ਲਵਾਂ ਤੇ ਵੀਅਤਨਾਮ ਦੀ ਵੀ ਗੱਲ ਕਰ ਲਾਂ, ਜਿਹੜੇ ਬੱਚੇ ਪੈਦਾ ਹੋ ਰਹੇ ਉਹ ਮੈਂਟਲੀ ਰਿਟਾਰਟਡ ਪੈਦਾ ਹੋ ਰਹੇ ਹੈਗੇ ਆ, ਅੱਧੇ ਅਧੂਰੇ ਪੈਦਾ ਹੋ ਰਹੇ ਹੈਗੇ ਆ, ਜਿਹੜਾ ਸਰੀਰ ਆ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈਗਾ, ਜਾਂ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਤੋਂ ਪੀੜਤ ਆ। ਇਹ ਸਾਰੀਆਂ ਗੱਲਾਂ ਨੂੰ ਜੇ ਜੋੜ ਕੇ ਅਸੀਂ ਦੇਖਿਆ ਜਾਵੇ ਤਾਂ ਪਰਮਾਣੂ ਜਿਹੜੇ ਹਥਿਆਰ ਆ, ਖਤਰਨਾਕ ਹਥਿਆਰ ਆ, ਪੂਰੀ ਦੇਸ਼ ਦੁਨੀਆ ਮਨੁੱਖਤਾ ਦੇ ਲਈ ਤਬਾਹੀ ਦਾ ਬਾਇਸ ਬਣਦੇ ਹੈਗੇ। ਇਸ ਕਰਕੇ ਸੰਯੁਕਤ ਰਾਸ਼ਟਰ ਵਿੱਚ ਪਹਿਲੀ ਵਾਰੀ ਵੱਡਾ ਫੈਸਲਾ ਇੰਨੇ ਵਰਿਆਂ ਦੀ ਮਸ਼ੱਕਤ ਤੋਂ ਬਾਅਦ, ਮਿਹਨਤ ਤੋਂ ਬਾਅਦ, ਸੰਘਰਸ਼ਾਂ ਤੋਂ ਬਾਅਦ ਸਾਹਮਣੇ ਨਿਕਲ ਕੇ ਆਇਆ ਕਿ ਇਹ ਫੈਸਲਾ ਕਰ ਦਿੱਤਾ ਗਿਆ ਹੈਗਾ ਕਿ ਇਹਨਾਂ ਦੇ ਉੱਤੇ ਪੂਰਨ ਪਾਬੰਦੀ ਲਾਈ ਜਾਊ। ਜੀ ਬਿਲਕੁਲ, ਇਹ ਜਿਹੜੇ ਪਰਮਾਣੂ ਬੰਬ ਹੁੰਦੇ ਆ ਇਹਨਾਂ ਨੇ ਹਮੇਸ਼ਾ ਹੀ ਤਬਾਹੀ ਮਚਾਈ ਆ, ਹਮੇਸ਼ਾ ਹੀ ਸਾਡੇ ਮਾਨਸਿਕਤਾ ਨੂੰ ਤੇ ਮਾਨਵ ਜਾਤੀ ਨੂੰ ਨੁਕਸਾਨ ਪਹੁੰਚਾਇਆ ਤੇ ਇਸ ਸੰਧੀ ਤੇ ਪਹਿਲੀ ਵਾਰ ਲਾਗੂ ਹੋਣਾ ਬਹੁਤ ਵੱਡੀ ਗੱਲ ਆ ਤੇ ਇਹ ਸਾਡੇ ਲਈ ਇੱਕ ਮੈਸੇਜ ਵੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਸੇਫ ਜ਼ਰੂਰ ਹੋਵੇਗਾ। ਤੇ ਨਾਲ ਹੀ ਜਾਂਦੇ ਗੱਲ ਕਰਦੇ ਆ ਜਿਹੜੇ ਨਰਿੰਦਰ ਚੰਚਲ ਜੀ, ਕੱਲ ਹੀ ਉਹਨਾਂ ਦੀ ਮੌਤ ਹੋਈ ਆ, ਉਹਨਾਂ ਬਾਰੇ ਥੋੜਾ ਬਹੁਤ ਦਰਸ਼ਕਾਂ ਨੂੰ ਜਾਣਕਾਰੀ ਦੇ ਦਿੰਦੇ ਆ ਤੇ ਸਾਡੀ ਟੀਮ ਦੇ ਵੱਲੋਂ ਵੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਟ ਕਰ ਦਿੰਦੇ ਆ ਤੇ ਜਾਂਦੇ ਉਹਨਾਂ ਬਾਰੇ ਗੱਲ ਕਰਾਂਗੇ। ਕਹਿ ਸਕਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ, ਸੰਸਾਰ ਦੇ ਵਿੱਚ ਨਰਿੰਦਰ ਚੰਚਲ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਹੁਣ ਤੱਕ ਜਿਹੜੀਆਂ ਭੇਟਾਂ ਗਾਈਆਂ, ਜਿੰਨੇ ਉਹਨਾਂ ਨੇ ਭਜਨ ਕੀਰਤਨ ਜਾਂ ਜਗਰਾਤੇ ਕੀਤੇ ਹੈਗੇ ਆ, ਪੰਜਾਬੀ ਦੇ ਵਿੱਚ ਪਹਿਲੀ ਵਾਰੀ ਕੋਈ ਵੱਡੇ ਪੱਧਰ ਦੇ ਉੱਤੇ ਦੇਸ਼ ਭਗਤੀ ਦੇ ਨਾਲ ਜੁੜੇ ਹੋਏ, ਧਰਮ ਨਾਲ ਜੁੜੇ ਹੋਏ ਜਿਹੜੇ ਸੀ, ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਗੀਤ ਗਾਏ ਤੇ ਅੰਮ੍ਰਿਤਸਰ ਦੀ ਧਰਤੀ ਨਾਲ ਉਹ ਸੰਬੰਧਿਤ ਸੀਗੇ। 1940 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਔਰ ਸਾਰੀ ਉਮਰ ਜਿਹੜੀ ਸੀ ਉਹਨਾਂ ਨੇ ਜਿਹੜੇ ਧਾਰਮਿਕ ਰੰਗਤ ਵਿੱਚ ਰੰਗੇ ਹੋਏ ਹੀ ਜਿਹੜੇ ਸੀਗੇ ਉਹ ਸ਼ਬਦ ਜਾਂ ਕੀਰਤਨ ਜਾਂ ਜਿਹੜੇ ਭਜਨ ਸੀ ਉਹ ਗਾਏ। ਤੇ ਲੰਮੀ ਬਿਮਾਰੀ 80 ਸਾਲ ਬਾਅਦ ਕੱਲ ਉਹਨਾਂ ਦਾ ਜਿਹੜਾ ਸੀਗਾ ਦੇਹਾਂਤ ਹੋ ਗਿਆ, ਉਹ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ। ਅਸੀਂ ਗਹਿਰੀ ਹਮਦਰਦੀ ਵੀ ਸਾਨੂੰ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਔਨ ਏਅਰ ਬੰਨਿਓ। ਨਰਿੰਦਰ ਚੰਚਲ ਹੋਰਾਂ ਨੇ ਬੜੇ ਖੂਬਸੂਰਤ ਜਿਹੜੇ ਸੀਗੀਆਂ ਭੇਟਾਂ ਗਾਈਆਂ, ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ। ਤੇ ਇਸੇ ਤਰ੍ਹਾਂ ਹੀ ਜੇ ਅਸੀਂ ਦੇਖੀਏ ਤਾਂ ਬੌਬੀ ਫਿਲਮ ਦੇ ਵਿੱਚ ਉਹਨਾਂ ਦੀ ਪਹਿਲੀ ਵਾਰੀ ਗੀਤ ਆਇਆ, ਫਿਰ ਮੈਂ ਬੇਨਾਮ ਹੋ ਗਿਆ ਵਰਗੀ ਖੂਬਸੂਰਤ ਗਜ਼ਲ ਵੀ ਉਹਨਾਂ ਨੇ ਗਾਈ। ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਗਾਏ ਔਰ ਨਰਿੰਦਰ ਚੰਚਲ ਜਦੋਂ ਤੱਕ ਭਾਰਤੀ ਗੀਤ ਸੰਗੀਤ ਦੀ ਗੱਲ ਚੱਲੂਗੀ, ਨਰਿੰਦਰ ਚੰਚਲ ਹੋਰਾਂ ਦਾ ਨਾਂ ਸਦਾ ਅਮਰ ਰਹੂਗਾ। ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਹੀ ਅਸੀਂ ਉਹਨਾਂ ਨੂੰ ਸੁਣਦੇ ਰਹਾਂਗੇ, ਉਹਨਾਂ ਦੇ ਗੀਤਾਂ ਦੇ ਜ਼ਰੀਏ ਰੌਣਕਾਂ ਲੱਗਦੀਆਂ ਰਹਿਣੀਆਂ
ਤੇ ਕਹਿ ਸਕਦੇ ਹੈਗੇ ਕਿ ਇਹੋ ਜੀ ਖੂਬਸੂਰਤ ਆਵਾਜ਼ ਜਿਹੜੀ ਆ ਉਹ ਬੜੇ ਸਾਲਾਂ ਬਾਅਦ ਪੈਦਾ ਹੁੰਦੀ ਹੈ। ਔਰ ਨਰਿੰਦਰ ਚੰਚਲ ਜਿਹੜਾ ਸੀਗਾ ਉਹ ਇੱਕ ਆਵਾਜ਼ ਸੀ। ਬੇਸ਼ੱਕ ਅੱਜ ਉਹ ਸਰੀਰਕ ਤੌਰ ਦੇ ਵਿੱਚ ਸਾਡੇ ਵਿੱਚ ਨਹੀਂ ਹੈਗੇ, ਪਰ ਆਪਣੇ ਗੀਤਾਂ ਦੇ ਜ਼ਰੀਏ, ਆਪਣੀਆਂ ਗਜ਼ਲਾਂ, ਆਪਣੀਆਂ ਭੇਟਾਂ, ਆਪਦੇ ਕੀਰਤਨ ਦੇ ਜ਼ਰੀਏ, ਆਪਦੇ ਜਾਗਰਣ ਦੀਆਂ ਉਹਨਾਂ ਜਿਹੜੀਆਂ ਸਾਡੇ ਕੋਲ ਰਿਕਾਰਡ ਪਏ ਆ, ਉਹਦੇ ਜ਼ਰੀਏ ਅਸੀਂ ਹਮੇਸ਼ਾ ਲਈ ਉਹ ਅੰਗ ਸੰਗ ਰਹਿਣਗੇ। ਸੋ ਸਾਡੀ ਹਮਦਰਦੀ ਹੈਗੀ, ਅਸੀਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਉਹਨਾਂ ਭਗਤਾਂ ਨਾਲ ਵੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਇੱਕ ਬਹੁਤ ਜ਼ਿਆਦਾ ਹੁੰਦਾ ਸੀ ਵੀ ਨਰਿੰਦਰ ਚੰਚਲ ਵਰਗੀ ਜਿਹੜੀ ਸ਼ਖਸੀਅਤ ਹੈਗੀ ਆ ਉਹ ਸ਼ਾਇਦ ਪੰਜਾਬ ਦਾ ਇੱਕ ਮਾਣ ਸੀਗਾ, ਔਰ ਇੱਕ ਜਿਹੇ ਪੰਜਾਬੀ ਦੇ ਤੁਰ ਜਾਣ ਦਾ ਸਾਨੂੰ ਗਹਿਰਾ ਦੁੱਖ ਹੈ। ਮੈਨੂੰ ਲੱਗਦਾ ਕਿ ਤੁਹਾਡਾ ਅੱਜ ਜਾਣ ਨੂੰ ਜੀ ਨਹੀਂ ਕਰਦਾ। ਬਿਲਕੁਲ ਜੀ, ਹੁਣ ਮੇਰੇ ਖਿਆਲ ਟਾਈਮ ਜਿਹੜਾ ਹੈਗਾ ਉਹ ਹੋ ਰਿਹਾ ਹੈਗਾ, ਔਰ ਸੂਚਨਾ ਸਾਨੂੰ ਜਿਹੜੀ ਹੈ ਉਹ ਮਿਲ ਰਹੀ ਹੈ ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ। ਹੁਣ ਤਾਂ ਇਹ ਤਾਂ ਆਪਣਾ ਮਨ ਕਰਦਾ ਹੀ ਰਹਿਣਾ ਕਿ ਆਪਾਂ ਦਰਸ਼ਕਾਂ ਨਾਲ ਗੱਲਾਂ ਕਰਦੇ ਰਹੀਏ। ਮੁੱਦੇ ਤਾਂ ਖਤਮ ਕਦੇ ਹੁੰਦੇ ਨਹੀਂ, ਨਾ ਹੀ ਖਬਰਾਂ ਖਤਮ ਹੁੰਦੀਆਂ ਨੇ। ਮੈਨੂੰ ਲੱਗਦਾ ਤੁਹਾਡਾ ਜਾਣ ਨੂੰ ਜੀ ਨਹੀਂ ਕਰਦਾ। ਦਰਸ਼ਕਾਂ ਦਾ ਨਾਲ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਿਲਸਿਲਾ ਐਵੇਂ ਜਾਰੀ ਰਹੂਗਾ, ਪਰ ਦਿਲ ਤਾਂ ਬਹੁਤ ਕਰਦਾ ਕਿ ਨਾ ਜਾਈਏ, ਪਰ ਸਮਾਂ ਜਿਹੜਾ ਹੁੰਦਾ ਉਹ ਸੀਮਿਤ ਹੁੰਦਾ ਆ ਤੇ ਹੁਣ ਦਰਸ਼ਕਾਂ ਤੋਂ ਵਿਦਾ ਲੈਣੀ ਪੈਣੀ ਆ। ਫਿਰ ਕੱਲ ਦੁਬਾਰਾ ਆਉਣ ਦੇ ਲਈ, ਕੱਲ ਦੁਬਾਰਾ ਆਵਾਂਗੇ ਸਵੇਰੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਜੀ ਸੰਧੂ ਜੀ, ਤੁਸੀਂ ਵੀ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਅਖੀਰ ਦੇ ਵਿੱਚ ਇਹੀ ਕਹਾਂਗੇ ਕਿ ਹੁਣ ਦੇਖਦੇ ਹੈਗੇ ਕਿ 26 ਜਨਵਰੀ ਦੀਆਂ ਜਿਹੜੀਆਂ ਤਿਆਰੀਆਂ ਆ ਉਹ ਚੱਲਦੀਆਂ ਪਈਆਂ ਹੈਗੀਆਂ, ਵੱਡੇ ਪੱਧਰ ਤੇ ਉਤਸ਼ਾਹ ਹੈਗਾ। ਸੋ ਪੂਰੀ ਇਸ ਆਸ ਉਮੀਦ ਦੇ ਨਾਲ, ਸ਼ੁਭ ਕਾਮਨਾਵਾਂ ਦੇ ਨਾਲ ਕਿ ਹੋਰ ਜਿਹੜੀ ਹੈ ਸਫਲਤਾ ਦੇ ਨਾਲ ਜਿਹੜਾ ਇਹ ਕਿਸਾਨ ਅੰਦੋਲਨ ਜਿਹੜਾ ਹੈਗਾ ਆਪਣੀਆਂ ਪ੍ਰਾਪਤੀਆਂ ਦੇ ਟੀਚੇ ਬੰਨੀ ਅੱਗੇ ਵਧੇ। ਸੋ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ। ਮੈਨੂੰ ਔਰ ਸਿਮੀ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ। ਔਨ ਏਅਰ ਦੇਖ ਰਹੇ ਸਾਰੇ